ये पैसा काग बनेरे दा ये कदी ऐस बनेरे ते ये कदी औस बनेरे ते ए बेवफा महबूब जिहा ए बेवफा महबूब जिहा कदी आश्क तेरे ते कदी आश्क मेरे ते ये पैसा काग बनेरे दा ये कदी ऐस बनेरे ते कदी औस बनेरे ते। ਬਾਈ ਜੀ ਗੀਤਕਾਰੀ ਤੋਂ ਗਾਇਕੀ ਵੱਲ ਬਹੁਤ ਸਾਰੇ ਸੱਜਣ ਉਦੋਂ ਆਏ ਜਦੋਂ ਉਹਨਾਂ ਨੂੰ ਗੀਤਕਾਰੀ ਦੇ ਵਿੱਚੋਂ ਕੁਝ ਲੱਭਿਆ ਨਹੀਂ, ਨਾ ਬਣਦਾ ਰਿਹਾ, ਕੈਸਟ ਦੇ ਕਵਰ ਤੇ ਫੋਟੋ ਆਉਂਦੀ ਰਹੀ ਪਰ ਜੇਬ ਦੇ ਵਿੱਚ ਕੁਝ ਨਹੀਂ ਸੀ ਆਉਂਦਾ। ਮੇਰੀ ਐਕਚੁਅਲੀ ਹੋ ਗਈ ਮੈਂ ਜਦੋਂ ਗੀਤਕਾਰੀ ਤੇ ਗਾਇਕੀ ਦੋ ਸੈਪਰੇਟ ਆਰਟ ਜੋ ਜਿਹੜਾ ਗਾਊਗਾ ਉਹ ਜਿਹਦੀ ਆਵਾਜ਼ ਹੈ ਲਿਖੂਗਾ ਜਿਹਨੂੰ ਪਰਮਾਤਮਾ ਨੇ ਹੁਨਰ ਦਿੱਤਾ ਲਿਖਣ ਦਾ। ਮੈਨੂੰ ਥੋੜਾ ਥੋੜਾ ਪਰਮਾਤਮਾ ਨੇ ਗੁਜ਼ਾਰੀ ਜੂਗਾ ਦੋਵੇਂ ਚੀਜ਼ਾਂ। ਮੈਂ ਪੰਜਾਬ ਯੂਨੀਵਰਸਿਟੀ ਦਾ ਤੱਕ ਬੈਸਟ ਫੋਕ ਸਿੰਗਰ ਸੀ। ਜੀ ਕਿਹਾ ਵੀ ਇਹਨੂੰ ਦਹਾਕੇ ਹੋ ਗਏ ਆਇਆ ਪਰ ਹੁਣ ਵੀ ਮੰਚ ਦੇ ਉੱਤੇ ਸੁਣਦੇ ਆ। ਮੈਂ ਕੱਲ ਵੀ ਗਾਇਆ ਜੀ ਉਹ ਜਗਮੋਹਨ ਕਹਿੰਦੇ ਸੀ ਵੀ ਜ਼ਿੰਦਗੀ में चाहे जोश ना हो बात करने की चाहे होश ना हो हाँ लाख गुना हो आदमी में पर आदमी एहसान फरामोश ना। बहुत खूब। थोड़े ਜਿਹੇ ਬੋਲ ਆਉਣ ਦਿਓ ਇਹਦੇ ਪਤਾ ਲੱਗੇ ਸਾਡੇ ਦਰਸ਼ਕਾਂ ਨੂੰ ਵੀ ਪਹਿਲੇ ਗੀਤ ਦੇ ਵਿੱਚ ਤੁਹਾਡੀ ਉਡਾਰੀ ਕਿਹੋ ਜੀ ਸੀ। ਕਾਲਜ ਲੱਗਿਆ ਤੇ ਕਾਲਜ ਜਦੋਂ ਗੀਤ ਸੁਣਾਇਆ ਕਰਨੇ ਤੇ ਮੁੰਡਿਆਂ ਨੇ ਕਹਿਣਾ ਗੀਤ ਬਹੁਤ ਵਧੀਆ ਲਿਖਦਾ ਇਹਨੂੰ ਰਿਕਾਰਡ ਕਰਾ। ਮੈਂ ਕਿਹਾ ਰਿਕਾਰਡ ਕਿੱਦਾਂ ਹੁੰਦੇ ਆ? ਕਹਿੰਦੇ ਰਿਕਾਰਡ ਦਿੱਲੀ ਹੁੰਦੇ ਆ। ਮੇਰੇ ਕੋਲ ਸਾਈਕਲ ਤੇ ਜਾਣਾ ਉੱਥੋਂ ਤੱਕ ਕਰਾਇਆ ਨਹੀਂ ਹੁੰਦਾ ਤੇ ਮੈਂ ਫਿਰ ਦੁੱਖਿਆ ਕਰ ਕਿਵੇਂ ਕੁਦਰਤੀ ਮੇਰੀ ਚੰਗੀ ਕਿਸਮਤ ਮੈਂ ਲੁਧਿਆਣੇ ਪੜ੍ਹਨ ਲੱਗ ਗਿਆ। ਇੱਥੇ ਸਾਰੇ ਪੰਜਾਬ ਦੇ ਕਲਾਕਾਰਾਂ ਦੀ ਮੰਡੀ ਸੀ। ਬਿਲਕੁਲ ਸਹੀ। ਫਿਰ ਮੈਂ ਕਾਪੀਆਂ ਲੈ ਕੇ ਕਲਾਕਾਰਾਂ ਦੀ ਕਦੀ ਕਿਸੇ ਦਫ਼ਤਰ ਕਦੀ ਕਿਸੇ ਦਫ਼ਤਰ ਬੜੀ ਮਿੱਤਰਾਂ ਸੰਗ ਤੁਹਾਡਾ ਜਿਹੜਾ ਦੁਕਾਨਾ ਤੇ ਅੰਦਰ ਅਮਲੀ ਤੜਪ ਰਿਹਾ ਉਹਦੇ ਵਿੱਚ ਤੁਸੀਂ ਨਸ਼ੇ ਦੇ ਝੱਬੇ ਇੱਕ ਵਿਅਕਤੀ ਦੀ ਗੱਲ ਕੀਤੀ। ਮੈਂ ਸ਼ੁਗਲ 'ਚ ਗੀਤ ਲਿਖਿਆ ਇਹ ਸ਼ੁਗਲ 'ਚ ਗੀਤ ਲਿਖ ਕੇ ਉਦੋਂ ਮੈਂ ਉਹ ਉਸੂਲ ਜਾ ਸਭ ਕੋਈ ਰਿਕਾਰਡ ਕੀਤਾ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਸੱਚੋ ਸੱਚ ਦੱਸਿਓ ਇੰਨੀ ਖੁੱਲੀ ਡੁੱਲੀ ਹਵਾ 'ਚ ਅਖੀਰਲੀ ਵਾਰ ਕਦੋਂ ਬੈਠੇ ਸੀ? ਦੇਖੋ ਬੜਾ ਚਿਰ ਹੋ ਗਿਆ ਵੀ ਜਿੰਨਾ ਖੂਬਸੂਰਤ ਇੱਥੇ ਦ੍ਰਿਸ਼ ਹੈ ਜੀ, ਜਿੰਨੀ ਖੂਬਸੂਰਤ ਇੱਥੇ ਸੋਹਣੀ ਹਵਾ ਚੱਲਦੀ ਹੈ ਸ਼ਾਇਦ ਮਾੜੀ ਮੋਟੀ ਵਿੱਚ ਇਹਦੇ ਹਵਾ ਸੁਣਦੀ ਵੀ ਹੋਵੇ ਜਿਹਨੂੰ ਡਿਸਟਰਬੈਂਸ ਕਹਿੰਦੇ ਆ ਪਰ ਅਸੀਂ ਉਹਦੇ ਲਈ ਪਹਿਲਾਂ ਹੀ ਅਗਾਊਂ ਮਾਫੀ ਮੰਗਦੇ ਹਾਂ ਵੀ ਜੇਕਰ ਕੋਈ ਦਿੱਕਤ ਹਵਾ ਦੇ ਕਰਕੇ ਆਉਂਦੀ ਹੈ ਮਾੜੀ ਮੋਟੀ ਸੁਣਨ ਦੇ ਵਿੱਚ। ਹਵਾ ਬੜੀ ਤੇਜ਼ ਹੋ ਗਈ ਆ ਪਰ ਆਲੇ ਦੁਆਲੇ ਚਾਰੇ ਪਾਸੇ ਹਰਿਆਲੀ ਆ। ਇਧਰਲੇ ਪਾਸੇ ਬਿਜੜੇ ਦੇ ਇੰਨੇ ਕ ਆਲਣੇ ਆ ਵੀ ਬੜੇ ਚਿਰਾਂ ਬਾਅਦ ਇੱਕ ਦਰਖਤ ਦੇ ਉੱਤੇ ਇੰਨੇ ਆਲਣੇ ਦੇਖੇ ਆ। ਕੁਦਰਤ ਦੀ ਗੋਦ ਦੇ ਵਿੱਚ ਬੈਠੇ ਆ, बस सरशार होए पे हैं। और ये कोई पहाड़ी इलाका नहीं है, पंजाब दे विच ही असीं बैठे हैं। और सब तो सोहनी चीज़ ये है कि पंजाब च अज दे समय च टाणा साहब इन्नी हरियाली इन्ने सारे रुख एक ही घर दे विच वेखण नूं नहीं मिलदे पर इत्थे हैगे ने। बिल्कुल जी। ते अगली गल ये है भी हो सकदा कोई दर्शक कहे भी सानूं तां इक अद्धा ही दिसदा भी जे चारे पासे असीं निगाह मारदे हैं बहुत सारे आ, यकीन मन्नियो जी। सो अज एक बेहद खास किश्त लैके असीं हाज़र होए हैं। बहुत सारियां गल्लां बातां इस किश्त दे विच भी होणगीਆਂ पर होणगीਆਂ किहदे नाल ने तुसीं? बिल्कुल देखो गल ये जी कि जदों ना असीं पिछां नूं झात मारदे हां तां दुगाना गायकी दे दौर दे विच कई लुधियाणे दीयां शख्सियतां इहो जिहियां ਜਿਹੜੀਆਂ ਦੁਨੀਆ ਭਰ ਦੇ ਉੱਤੇ ਆਪਣੀ ਛਾਪ ਛੱਡ ਗਈਆਂ ਜੀ। ਉਹਨਾਂ ਦੇ ਵਿੱਚ ਇੱਕ ਜਸਵੰਤ ਸੰਦੀਲਾ ਦੇ ਗਾਏ ਹੋਏ ਗੀਤ ਅੱਜ ਵੀ ਚੰਗਾ ਸੁਣਨ ਵਾਲਿਆਂ ਨੂੰ ਦੁਗਾਣਾ ਪ੍ਰੇਮੀਆਂ ਨੂੰ ਕੱਲੇ ਕੱਲਾ ਵੀ ਰੱਖਲ ਗਾਣਾ ਚੇਤੇ ਆ। ਤੇ ਮੈਂ ਅੱਜ ਜਦੋਂ ਗੱਡੀ ਦੇ ਵਿੱਚ ਆਪਾਂ ਆ ਰਹੇ ਸੀਗੇ ਤੇ ਰਾਹ ਦੇ ਵਿੱਚ ਗਾਣੇ ਸੁਣਦਾ ਆਇਆ, ਬਹੁਤ ਸਾਰੇ ਚੰਗੇ ਗਾਣੇ ਸੁਣੇ ਤੇ ਪੈਸਾ ਕਾਂ ਬਨੇਰੇ ਦਾ ਕਦੇ ਐਸ ਬਨੇਰੇ ਤੇ ਕਦੇ ਉਸ ਬਨੇਰੇ ਤੇ। ਇਹ ਗਾਣੇ ਦਾ ਅਸੀਂ ਜ਼ਿਕਰ ਅਕਸਰ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਰਦੇ ਆਂ। ਪਰਮਿੰਦਰ ਸੰਧੂ ਨੇ ਤੇ ਜਸਵੰਤ ਸੰਦੀਲਾ ਨੇ ਜਿਹੜੇ ਗੀਤ ਗਾਏ ਉਹ ਸਰੋਤਿਆਂ ਦੇ ਦਰਸ਼ਕਾਂ ਦੇ ਚੇਤੇ ਦੇ ਉੱਤੇ ਅਮਿੱਟ ਛਾਪ ਛੱਡ ਗਏ। ਅੱਜ ਜਸਵੰਤ ਸੰਦੀਲਾ ਕੋਲੇ ਪਹੁੰਚੇ ਜੀ। ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਗਾਇਕੀ ਸਫ਼ਰ ਦੇ ਬਾਰੇ ਚ, ਕਿਵੇਂ ਦਾ ਰਿਹਾ ਇਹ ਸਫ਼ਰ, ਕੀ ਕੁਝ ਹੋਇਆ ਇਸ ਸਫ਼ਰ ਦੇ ਦੌਰਾਨ, ਸਾਰੀਆਂ ਗੱਲਾਂ ਹੋਣਗੀਆਂ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਬਹੁਤ ਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਿੰਧ ਭੈਣ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਦਾ ਵਿਚਾਰ ਦੇਖ ਰਹੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਈ ਜੀ ਚੜ੍ਹਦੀ ਕਲਾ ਦੇ ਵਿੱਚੋਂ ਜ਼ਿੰਦਾਬਾਦ ਹੋ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਨਾ ਜਿਹੜੇ ਤੁਹਾਡੇ ਪੁਰਾਣੇ ਗਾਣੇ ਸੁਣੇ ਜਿਹੜੇ ਕਿ 85 ਦੇ ਵਿੱਚ 88 ਦੇ ਵਿੱਚ ਆਏ ਆ, ਉਹਦੇ ਨਾਲੋਂ ਮੈਨੂੰ ਤੁਹਾਡੀ ਅੱਜ ਦੀ ਆਵਾਜ਼ ਦੇ ਵਿੱਚ ਹੋਰ ਗ੍ਰਾਮ ਜ਼ਿਆਦਾ ਲੱਭਦਾ, ਹੋਰ ਉਹਦੇ ਵਿੱਚ ਮੈਨੂੰ ਤੀਖਣਤਾ ਲੱਭਦੀ ਆ।
ਇਹ ਮੈਨੂੰ ਲੱਗਦਾ ਵੀ ਰਿਆਜ਼ ਕਰ ਕਰਕੇ ਇੱਥੋਂ ਤੱਕ ਹੋਗੀ ਗੱਲ। ਨਹੀਂ ਜੀ, ਜਿਹੜੇ ਵਕੀਲ ਹੁੰਦੇ ਆ ਜਾਂ ਹਕੀਮ ਹੁੰਦੇ ਆ ਜਾਂ ਸ਼ਾਇਰ ਹੁੰਦੇ ਆ ਜਾਂ ਸਮਝੋ ਕਲਾਕਾਰ ਹੁੰਦੇ ਆ, ਉਹ ਜਿੰਨੇ ਪੁਰਾਣੇ ਹੋਣ ਉਨੇ ਹੀ ਚੰਗੇ ਹੋ ਜਾਂਦੇ। ਵਾਹ ਵਾਹ। ਇਸ ਕਰਕੇ ਮੈਂ ਪੁਰਾਣਾ ਤਾਂ ਨਹੀਂ ਕਹਿੰਦਾ, ਮੈਂ ਐਕਸਪੀਰੀਅੰਸਡ ਮੈਨ ਹੋ ਗਿਆ। ਕਿਉਂਕਿ ਕਈ ਵਾਰੀ ਜਦੋਂ ਤੁਸੀਂ ਨਵਾਂ ਆਉਂਦੇ ਆ, ਇਮੈਚੁਰ ਹੁੰਦੇ ਹੋ, ਤੁਹਾਨੂੰ ਟੈਕਨੀਕਲੀ ਜਾਂ ਕਈ ਬਰੀਕਿਆਂ ਦਾ ਨਹੀਂ ਪਤਾ ਹੁੰਦਾ। ਇਹ ਤਜਰਬੇ ਨਾਲ ਬਹੁਤ ਕੁਝ ਆ ਜਾਂਦਾ। ਤੇ ਕਈ ਵਾਰੀ ਸਾਡੇ ਸੀਨੀਅਰ ਗੱਲ ਕਰਦੇ ਹੁੰਦੇ ਆ, ਕਹਿੰਦਾ ਜਦੋਂ ਗਾਉਣ ਦੀ ਸਮਝ ਆਉਂਦੀ ਜਦੋਂ ਉਮਰ ਮੁੱਕ ਜਾਂਦੀ ਹੈ। ਇਸ ਕਰਕੇ ਮੇਰੀ ਨਾ ਤਾਂ ਉਮਰ ਮੁੱਕੀ ਆ, ਨਾ ਮੇਰਾ ਗਾਉਣ ਮੁੱਕਿਆ, ਨਾ ਮੇਰਾ ਹੌਸਲਾ ਮੁੱਕਿਆ। ਮੈਂ ਜੇ ਪੂਰਾ ਕਾਇਮ ਹਾਂ ਜੀ। ਮੈਂ ਨਾ ਅੱਜ ਰਾਹ ਦੇ ਵਿੱਚ ਜਦੋਂ ਗਾਣਾ ਸੁਣਿਆ, ਬਾਹਰ ਲੱਗ ਗਿਆ ਕਰਫਿਊ ਤੇ ਅੰਦਰ ਅਮਲੀ ਤੜਫ ਰਿਹਾ, ਤੇ ਮੈਂ ਆਖਿਆ ਵੀ ਇਹ ਗਾਣੇ ਦਾ ਵਿਸ਼ਾ ਵਸਤੂ ਕਿਵੇਂ ਆ। ਬਾਅਦ ਦੇ ਵਿੱਚ ਕਮਾਲ ਦਾ ਗੀਤ ਨਿਕਲਿਆ ਬਾਈ ਜੀ, ਬਹੁਤ ਵਧੀਆ ਗਾਇਆ, ਬਹੁਤ ਕਮਾਲ ਦਾ ਗਾਇਆ ਤੁਸੀਂ। ਤੁਹਾਡਾ ਸਫ਼ਰ ਜ਼ਿੰਦਗੀ ਦਾ ਹੋਰ ਵਧੀਆ ਰਵੇ। ਜਸਵੰਤ ਸੰਦੀਲਾ, ਧਾਂਦਰਾ ਪਿੰਡ ਵਾਲਾ। ਹਾਂਜੀ ਹਾਂਜੀ। ਸੰਦੀਲਾ ਕਿਵੇਂ ਬਣਿਆ? ਐਕਚੁਅਲੀ ਸਾਡੀ ਸਬ ਕਾਸਟ ਆ, ਜਿਵੇਂ ਸੰਧੂ, ਗਰੇਵਾਲ ਜਾਂ ਢਿੱਲੋਂ, ਹੋਰ ਸਬ ਕਾਸਟ ਆ। ਜਿਹੜਾ ਨਾਂ ਸਾਡਾ ਉਹ ਐਂ ਲੱਗਦਾ ਜਿਵੇਂ ਕਿਸੇ ਨੇ ਤਖੱਲਸ ਰੱਖਿਆ ਹੁੰਦਾ। ਹਾਂ, ਇੱਦਾਂ ਦਾ ਕਰਕੇ। ਪਰ ਸਾਡੀ ਕੁਦਰਤ ਵੱਲੋਂ ਹੀ ਇਹ ਨਾਂ ਹੀ ਸ਼ਾਇਰਾਨਾ ਅੰਦਾਜ਼ ਦਾ ਨਾਂ ਆ। ਅਤੇ ਸੰਦੀਲਾ ਸਾਡੀ ਸਬ ਕਾਸਟ ਆ। ਅਤੇ ਇਹ ਬਹੁਤ ਯੂਪੀ 'ਚ, ਪਾਕਿਸਤਾਨ 'ਚ, ਬਾਹਰ ਬਹੁਤ ਲੋਕ ਰਹਿੰਦੇ ਨੇ। ਹੁਣ ਜਦੋਂ ਮੇਰੀ ਗੁੱਡ ਲੱਕ ਸਮਝ ਲਓ ਵੀ ਇਹ ਗੀਤਾਂ ਕਰਕੇ ਮੇਰਾ ਨਾਂ ਲੋਕਾਂ ਨੇ ਸੁਣ ਲਿਆ, ਐਕਸੈਪਟ ਕਰ ਲਿਆ। ਅਤੇ ਉਹ ਜਿਹੜੇ ਸੰਦੀਲੇ ਹੁੰਦੇ ਉਹ ਦੱਸਦੇ ਸਾਡਾ ਵੀ ਗੋਲ ਸੰਦੀਲਾ ਜ਼ਿਆਦਾ ਸਾਡਾ। ਫਿਰ ਮੈਨੂੰ ਚੰਗਾ ਲੱਗਦਾ ਵੀ ਚੱਲ ਇਹ ਲੋਕ ਵੀ ਸਾਡੇ, ਵੈਸੇ ਕਲਾਕਾਰ ਦੇ ਸਾਰੇ ਹੁੰਦੇ ਆ, ਕਲਾਕਾਰ ਸਾਰਿਆਂ ਦਾ ਹੁੰਦਾ, ਕਲਾਕਾਰ ਪਰਸਨਲ ਨਹੀਂ ਹੁੰਦਾ। ਪਰ ਫਿਰ ਵੀ ਜੇ ਕੋਈ ਸੱਜਣ ਮਿੱਤਰ ਪਿਆਰੇ ਮਿਲ ਜਾਂਦੇ ਬੜੀ ਖੁਸ਼ੀ ਹੁੰਦੀ ਹੈ ਜੀ। ਪਰ ਜਸਵੰਤ ਸੰਦੀਲਾ MA ਇਕਨੋਮਿਕਸ, ਕਿੱਥੇ ਲੇਖਾ ਜੋਖਾ, ਕਿੱਥੇ ਡੈਬਿਟ ਵਾਟ ਕਮਸ ਇਨ ਤੇ ਕ੍ਰੈਡਿਟ ਵਾਟ ਗੋਜ਼ ਆਊਟ, ਇਹ ਹੋ ਰਿਹਾ ਹੈ ਨਾ। ਕਿੱਥੇ ਇਹ ਜਿਹੜੀਆਂ ਕਹਿ ਲਓ ਲੈਜਰ ਬਣਾਏ ਜਾ ਰਹੇ ਨੇ, ਕਿੱਥੇ ਇਹ ਗੱਲਾਂ ਹੋ ਰਹੀਆਂ ਨੇ, ਤੇ ਦੂਸਰੇ ਬੰਨੇ ਜਸਵੰਤ ਸੰਦੀਲਾ ਗੀਤ ਲਿਖ ਰਿਹਾ। ਇਹ ਤਾਂ ਬਿਲਕੁਲ ਹੀ ਵੱਖਰੀ ਚੀਜ਼ ਸੀ। ਇਹ ਕਿਵੇਂ ਹੋ ਗਿਆ? ਇਹ ਮੈਂ ਆਪ ਕਈ ਵਾਰੀ ਸੋਚਦਾ ਨਾ ਵੀ ਇਹ ਹੋਇਆ ਕਿਵੇਂ। ਕਿਉਂਕਿ ਜਿਹੜਾ ਇਕਨੋਮਿਕਸ ਦੀ MA ਹੁੰਦਾ, ਜਾਂ ਤਾਂ ਉਹ ਸਟੈਟਿਸਟਿਕ ਡਿਪਾਰਟਮੈਂਟ ਜਾਂਦਾ, ਜਾਂ ਬੈਂਕਿੰਗ ਜਾਂਦਾ, ਜਾਂ ਕੋਈ ਹੋਰ ਇਸੇ ਜਿਹੜੇ ਹੁੰਦੇ ਜਮ੍ਹਾਂ ਘਟਾਓ ਵਾਲੇ ਕੰਮ ਜਾਂਦਾ। ਅਤੇ ਜਿਹੜਾ ਕਲਾਕਾਰ ਹੁੰਦਾ ਵਾ ਉਹ ਸੰਗੀਤ ਪਹਿਲਾਂ ਸਿੱਖਦਾ, ਗੀਤਕਾਰ ਪੰਜਾਬੀ ਦੀ MA ਕਰਦਾ, ਲਿਟਰੇਚਰ ਪੜ੍ਹਦਾ। ਮੈਂ ਕੰਮ ਤਾਂ ਕੀਤਾ ਇਹ ਜਿਹੜਾ ਮੈਨੂੰ ਪੰਜਾਬੀ ਦੀ MA ਕਰਨੀ ਚਾਹੀਦੀ ਸੀ, ਜਾਂ ਮੈਂ ਮਿਊਜ਼ਿਕ ਸਿੱਖਣਾ ਚਾਹੀਦਾ ਸੀ, ਇਹ ਮੈਂ ਸਿੱਖਿਆ ਨਹੀਂ ਗਿਆ। ਜੋ ਮੈਂ ਸਿੱਖਿਆ ਉਹ ਮੈਂ ਕੀਤਾ ਨਹੀਂ ਗਿਆ। ਪਰ ਸਭ ਤੋਂ ਵੱਡੀ ਗੱਲ, ਪਰਮਾਤਮਾ ਨੇ ਮੈਨੂੰ ਕਾਮਯਾਬੀ ਦਿੱਤੀ। ਪਰ ਮੈਨੂੰ ਲੱਗਦਾ ਇਹ ਵੀ ਤੁਹਾਨੂੰ ਫਾਇਦਾ ਹੀ ਹੋਇਆ, ਕਿਉਂਕਿ ਜਦੋਂ ਤੁਸੀਂ ਗਾਇਕੀ 'ਚ ਕਾਮਯਾਬ ਹੋ ਗਏ, ਮਹੀਨੇ 'ਚ 50-50 ਪ੍ਰੋਗਰਾਮ ਲਾਏ, ਫਿਰ ਪੈਸੇ ਗੁਣਾ ਘਟਾਓ ਕਰਨ ਦੇ ਵਿੱਚ ਫਾਇਦਾ ਹੀ ਦਿੱਤਾ ਉਹਨੇ। ਨਹੀਂ, ਪੈਸੇ ਸੈੱਟ ਹੀ ਦਿੰਦਾ ਰਿਹਾ ਜੀ, ਉਹ ਸਭ ਹੀ ਕਹਿੰਦੇ। ਮੈਂ ਫਿਰ ਉਹ ਕੈਲਕੂਲੇਸ਼ਨ 'ਚ ਪਿਆ ਹੀ ਨਹੀਂ ਗਾ। ਫਿਰ ਮੈਨੂੰ ਜਾਣੀ ਮੈਂ ਅੱਜ ਤੱਕ ਵੀ ਕਦੀ ਨਹੀਂ ਦੇਖਦਾ ਹੁੰਦਾ ਕਿ ਕਿੰਨੇ ਪੈਸੇ ਆ ਗਏ। ਕਿ ਵੀ ਸਾਡੇ ਘਰ ਦੇ ਕਹਿੰਦੇ ਤਾਂ ਕਮਲਾ ਵਾ, ਇਹਨੂੰ ਨਾ ਖਰਚਣ ਦਾ ਪਤਾ, ਨਾ ਕਮਾਉਣ ਦਾ ਪਤਾ। ਮੈਂ ਕਿਹਾ ਮੈਂ ਰੱਬ ਮੈਨੂੰ ਇਦਾਂ ਹੀ ਕਮਲਾ ਰੱਖੇ, ਨਾ ਮੈਨੂੰ ਘਟਾਓ ਦਾ ਪਤਾ ਲੱਗੇ, ਨਾ ਮੈਨੂੰ ਜਮ੍ਹਾਂ ਦਾ ਪਤਾ ਲੱਗੇ। ਪਰ ਕੀ ਘਰ 'ਚ ਵੀ ਕਿਸੇ ਨੂੰ ਲਿਖਣ ਦਾ ਸ਼ੌਂਕ ਸੀ, ਜਾਂ ਇਹ ਤੁਹਾਡੇ ਆਪਣੇ ਆਪ ਹੀ ਜ਼ਿਹਨ ਦੇ ਵਿੱਚ? ਨਹੀਂ, ਕਿਸੇ ਨੂੰ ਨਹੀਂ। ਕਿਸੇ ਨੂੰ ਸਾਡੇ ਘਰ 'ਚ ਨਾ ਲਿਖਣ ਦਾ ਸ਼ੌਂਕ ਸੀ, ਨਾ ਗਾਉਣ ਦਾ ਸ਼ੌਂਕ ਸੀ, ਸੁਣਨ ਦਾ ਸ਼ੌਂਕ ਸੀ। ਤੇ ਗੀਤ ਸੁਣਦਾ ਵੀ, ਗੀਤ ਲਿਖਣ ਜਿਹੜੇ ਲਿਖਦੇ ਉਹਨਾਂ ਸੁਣਨ ਦਾ ਗੀਤ ਸੀ। ਐਕਚੁਅਲੀ ਨਾ ਮੈਂ ਅੱਜ ਕੱਲ੍ਹ ਸਭ ਤੋਂ ਪਹਿਲਾਂ, ਜਿਵੇਂ ਇਹਨਾਂ ਕਿਹਾ ਬਹੁਤ ਪੁਰਾਣੇ ਆ, ਬਹੁਤ ਪੁਰਾਣੇ, ਉਹ ਜਦੋਂ ਬਹੁਤ ਪੁਰਾਣੇ ਕਹਿੰਦੇ ਟਹਿਣਾ ਸਾਹਿਬ, ਮੈਨੂੰ ਗੁੱਸਾ ਵੀ ਆਉਂਦਾ ਵੀ ਘੜੀ ਨਾ ਕਿਸੇ ਨੂੰ ਬੁੜਾ ਕਹੇ ਜੇ ਉਹ ਬੁੜਾ ਹੋਵੇ ਨਾ ਤੇ ਉਹ ਚੰਗਾ ਨਹੀਂ ਲੱਗਦਾ, ਹੈ ਨਾ। ਜੀ ਬਿਲਕੁਲ ਸਹੀ। ਹਾਂ, ਕਿਸੇ ਬੁੜੇ ਨੂੰ ਇਦਾਂ ਉਹ ਬਾਉਸਰ ਮਾਰ, ਕਿਸੇ ਬੁੜੇ ਨੇ ਡਰਾਈਵਰ ਤਾਈ ਨਾ ਬਾਬਾ ਬੁਲਾਈ, ਇਹ ਕਰਕੇ ਆ। ਤੇ ਇਹ ਮੈਂ ਐਕਚੁਅਲੀ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਸਕੂਲ 'ਚ ਪੜ੍ਹਦਾ ਸੀ, ਉਦੋਂ ਨਰਿੰਦਰ ਬੀਬਾ ਜੀ, ਹਰਚਰਨ ਗਰੇਵਾਲ ਹੁਣ ਦੇ ਗੀਤ ਚੱਲਦੇ ਹੁੰਦੇ ਸੀ। ਰਾਤੀ ਸੀ ਉਡੀਕਾਂ ਤੇਰੀਆਂ, ਸੁੱਤੇ ਪਾਲਣਾ ਹਿਜਰ ਦੇ ਮਾਰੇ, ਦੁੱਖਾਂ ਦੀ ਕਹਾਣੀ ਸੁਣਦੇ ਰਹੇ ਉਂਘਦੇ ਅੰਬਰ ਦੇ ਤਾਰੇ, ਮੇਰਾ ਡਿੱਗਿਆ ਰਮਾਲ ਫਰਾਉਣੀ ਡੰਡੀ ਡੰਡੀ ਜਾਣ ਵਾਲੀਏ, ਮੀਨਾ ਬਾਜ਼ਾਰ ਦੀ ਮੈਂ ਨਾ ਹਾਣੀਆਂ ਕੀ ਮੰਗਦੀ। ਸ਼ਾਇਦ ਤੁਸੀਂ ਵੀ ਸੁਣੇ ਹੋਣੇ ਗੀਤ। ਇਹ ਸੁਪਰ ਡੁਪਰ ਪੰਜਾਬ ਦੇ ਗੀਤ ਸੀ। ਮੈਂ 4th-5ਵੀਂ ਪੜ੍ਹਦਾ ਸੀ। ਇਹ 65-66 ਦੀ ਗੱਲ ਆ। ਉਹਨਾਂ 'ਚ ਲਾਸਟ ਮਾਨ ਆਉਂਦਾ ਹੁੰਦਾ ਸੀ, ਅਤੇ ਮੇਰੇ ਦਿਮਾਗ 'ਚ ਜਿਹੜਾ ਮਾਨ ਲਫ਼ਜ਼ ਆਉਂਦਾ ਨਾ, ਇਹ ਗਾਉਂਦਾ ਵਾ, ਇਹੀ ਲਿਖਦਾ। ਪਰ ਬਾਅਦ 'ਚ ਮੈਨੂੰ ਕੁਝ ਚਿਰ ਬਾਅਦ ਪਤਾ ਲੱਗਿਆ ਵੀ ਲਿਖਣ ਵਾਲਾ ਕੋਈ ਹੋਰ ਹੁੰਦਾ, ਗਾਉਣ ਵਾਲਾ ਕੋਈ ਹੋਰ ਹੁੰਦਾ। ਮੈਂ ਸਕੂਲ 'ਚ ਜਾ ਕੇ ਇੱਦਾਂ ਕਰਕੇ ਗੀਤ ਲਿਖਣੇ, ਫਿਰ ਉਹ ਦੇਸ਼ ਭਗਤੀ ਦੇ, ਚਾਈਨਾ ਬੁਰਾ ਫਲਾਣਾ, ਚਾਈਨਾ ਨੂੰ ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ। ਅਤੇ ਮਾਸਟਰਾਂ ਨੇ ਕਹਿਣਾ ਵੀ ਬੜਾ ਵਧੀਆ ਗੀਤ ਲਿਖਿਆ। ਅਤੇ ਬਾਅਦ 'ਚ ਮੈਨੂੰ ਇਹ ਜਿਹੜੇ ਗੀਤ ਸੀ, ਇਹ ਗੁਰਦੇਵ ਸਿੰਘ ਮਾਨ ਦੇ ਸੀ। ਜਾਣੀ ਜਿੰਨੇ ਵੀ ਅੱਜ ਕੱਲ੍ਹ ਮਾਨ ਆਪਣੀ ਇੰਡਸਟਰੀ 'ਚ, ਭਾਵੇਂ ਬਾਊ ਸਿੰਘ ਮਾਨ ਆ, ਭਾਵੇਂ ਹਰਭਜਨ ਮਾਨ ਆ, ਭਾਵੇਂ ਗੁਰਦਾਸ ਮਾਨ ਆ, ਸਭ ਤੋਂ ਪਹਿਲਾਂ ਗੁਰਦੇਵ ਸਿੰਘ ਮਾਨ ਹੋਏ। ਉਹਨਾਂ ਦੇ ਇੰਨੇ ਖੂਬਸੂਰਤ ਗੀਤ ਲਿਖੇ, ਜਾਂ ਇੰਨਾ ਉਹਨੇ ਪੰਜਾਬ 'ਚ, ਸਭ ਤੋਂ ਵੱਡੀ ਗੱਲ ਉਹਨੇ ਸਦੀਕ ਸਾਹਿਬ ਵਰਗੇ
ਹਰਚਰਨ ਗਰੇਵਾਲ ਵਰਗੇ, ਕਰਨੈਲ ਗਿੱਲ ਵਰਗੇ, ਦਦਾਰ ਸੰਧੂ ਵਰਗੇ, ਗੁਰਦੇਵ ਸਿੰਘ ਮਸਤਾਨੇ ਵਰਗੇ, ਇਹ ਸਾਰੇ ਲੋਕ ਕਲਾਕਾਰ ਜਿਹੜੇ ਪਬਲਿਕ ਰਿਲੇਸ਼ਨ ਭਰਤੀ ਕਰਕੇ ਇਹਨਾਂ ਨੂੰ ਮਾਰਕੀਟ 'ਚ ਲਿਆਂਦਾ। ਇਹ ਪੰਜਾਬ ਦੇ ਸੁਪਰਸਟਾਰ ਬਣੇ। ਇਹ ਗੁਰਦੇਵ ਸਿੰਘ ਮਾਨ ਦੀ ਦੇਣ ਆ। ਉਹਨਾਂ ਨੂੰ ਸੁਣ ਕੇ ਫਿਰ ਮੈਂ ਗੀਤ, ਜਦੋਂ ਮੈਂ ਕਾਲਜ ਲੱਗਿਆ ਤੇ ਕਾਲਜ ਜਦੋਂ ਮੈਂ ਗੀਤ ਸੁਣਾਇਆ ਕਰਨੇ ਤੇ ਮੁੰਡਿਆਂ ਨੇ ਕਹਿਣਾ ਗੀਤ ਬਹੁਤ ਵਧੀਆ ਲਿਖਦਾ, ਇਹਨੂੰ ਰਿਕਾਰਡ ਕਰਾ। ਮੈਂ ਕਿਹਾ ਰਿਕਾਰਡ ਕਿੱਦਾਂ ਹੁੰਦੇ ਆ? ਕਹਿੰਦੇ ਰਿਕਾਰਡ ਦਿੱਲੀ ਹੁੰਦੇ ਆ। ਮੇਰੇ ਕੋਲ ਸਾਈਕਲ ਤੇ ਜਾਣਾ, ਉੱਥੋਂ ਤੱਕ ਕਿਰਾਇਆ ਨਹੀਂ ਸੀ ਹੁੰਦਾ। ਤੇ ਮੈਂ ਫਿਰ ਦੁੱਖਿਆ ਕਰ ਕਿਵੇਂ, ਕੁਦਰਤੀ ਮੇਰੀ ਚੰਗੀ ਕਿਸਮ ਮੈਂ ਲੁਧਿਆਣੇ ਪੜ੍ਹਨ ਲੱਗ ਗਿਆ। ਇੱਥੇ ਸਾਰੇ ਪੰਜਾਬ ਦੇ ਕਲਾਕਾਰਾਂ ਦੀ ਮੰਡੀ ਸੀ। ਬਿਲਕੁਲ ਸਹੀ। ਫਿਰ ਮੈਂ ਕਾਪੀਆਂ ਲੈ ਕੇ ਕਲਾਕਾਰਾਂ ਦੀ ਕਦੇ ਕਿਸੇ ਦਫ਼ਤਰ, ਕਦੀ ਕਿਸੇ ਦਫ਼ਤਰ ਜਾਣ ਲੱਗਿਆ। ਤੇ ਜਦੋਂ ਉੱਥੇ ਮੇਰੀ ਕੁੱਤੇ ਖਾਣੀ ਹੋਇਆ ਕਰੇ, ਕਾਲਜੋਂ ਮੈਨੂੰ ਹਲਾਸ਼ੇਰੀ ਮਿਲ ਜਾ ਕੇ ਤੂੰ ਬਹੁਤ ਵਧੀਆ ਲਿਖਦਾ। ਦੂਜੇ ਦਿਨ ਫੇਰ ਮੈਂ ਚੱਕ ਕੇ ਸੱਜਾ ਕਰਾਂ, ਉਹ ਚੱਕੀ ਹੋਏ ਲੰਬੜੇ ਠੜਦਾਰ ਦੇ ਬਰਾਬਰ ਬੋਲੇ, ਮੈਂ ਉੱਥੇ ਚੱਲ ਜਾ, ਉੱਥੇ ਮੇਰੀ ਕੋਈ ਸੁਣਿਆ ਨਾ ਕਰੇ। ਇੱਦਾਂ ਜਦੋਂ ਮੈਂ ਕਈ ਸਾਲ ਫਿਰਦਾ ਰਿਹਾ, ਫਿਰ ਮੈਂ ਕਈ ਵਾਰ ਡਿਪਰੈਸਡ ਹੋ ਜਾਂਦਾ ਸੀ ਵੀ ਇਹ ਕੰਮ ਵੱਖਰਾ ਸ਼ੁਰੂ ਕਰਤਾ, ਮੇਰਾ ਗੱਲ ਬਣਨੀ ਨਹੀਂ। ਇੱਦਾਂ ਥੋੜੇ ਸਾਡੇ ਧਾਂਦਰੇ ਪਿੰਡ ਦੇ ਨਾਲ ਜੱਸੋਵਾਲ ਪਿੰਡ ਹੈ, ਜਗਦੇਵ ਸਿੰਘ ਜੱਸੋਵਾਲ, ਉੱਥੇ ਜਗਮੋਹਨ ਕੌਰ ਦਾ ਲੋਹੜੀ ਵਾਲੇ ਦਿਨ ਪ੍ਰੋਗਰਾਮ ਸੀ। ਮੈਂ ਵੀ ਸੁਣ ਚਲੇ ਗਿਆ। ਮੈਂ 11ਵੀਂ 12ਵੀਂ ਪੜ੍ਹਦਾ ਸੀ ਤੇ ਮੈਨੂੰ ਉੱਥੇ ਲੋਕਾਂ ਨੇ ਟਾਈਮ ਦਵਾਤਾ ਵੀ ਸਾਡੇ ਪਿੰਡ ਦਾ ਇੱਕ ਮੁੰਡਾ ਨੂੰ ਗਾਉਣ ਦਾ ਸ਼ੌਕ, ਉਹਨੂੰ ਟਾਈਮ ਦਵਾ ਦਿਓ। ਉਹ ਜਦੋਂ ਪਿੰਡ ਦਾ ਮੁੰਡਾ ਕਰਕੇ ਲੋਕਾਂ ਨੇ ਸੁਣਿਆ, ਬੜਾ ਚੰਗਾ ਲੱਗਿਆ। ਤੇ ਜਗਮੋਹਨ ਕੌਰ ਨੂੰ ਪਤਾ ਨਹੀਂ ਕਿਵੇਂ ਚੰਗਾ ਲੱਗ ਗਿਆ। ਮੈਨੂੰ ਕਹਿੰਦੇ ਕਾਕਾ ਤੂੰ ਵਧੀਆ ਗਾਉਣਾ, ਸਾਡੇ ਨਾਲ ਗਾਉਣ ਚੱਲਿਆ ਕਰ। ਅੱਛਾ ਜੀ। ਮੈਂ ਕਿਹਾ ਜੀ ਮੈਂ ਭੈਣ ਜੀ ਪੜ੍ਹਦਾ ਵਾਂ ਵੀ ਮੈਨੂੰ ਗੀਤ ਲਿਖਣ ਦਾ ਸ਼ੌਕ, ਮੇਰਾ ਗੀਤ ਸੁਣ ਲਓ। ਕਹਿੰਦੇ ਕੱਲ੍ਹ ਨੂੰ ਸਾਡੇ ਤੂੰ ਬਰਮਨ ਬਿਲਡਿੰਗ ਆਈ, ਮੇਲਰਾਂ 'ਚ ਰਹਿੰਦੇ ਸੀ। ਮੈਂ ਫਿਰ ਕਾਲਜ ਨਹੀਂ ਗਿਆ, ਸਾਈਕਲ ਲੈ ਕੇ ਸਵੇਰੇ ਉਹਨਾਂ ਦੇ ਘਰ ਹੀ ਗਿਆ। ਉਹਨਾਂ ਜਾ ਕੇ ਮੈਂ ਗੀਤ ਸੁਣਾਇਆ ਤੇ ਉਹ ਕਹਿੰਦੀ ਕਾਕਾ ਇਹਨੂੰ ਟੇਪ ਕਰ ਦਿਓ। ਉਦੋਂ ਟੇਪ ਰਿਕਾਰਡ ਹੁੰਦੀ ਸੀ ਤੇ ਮੈਂ ਟੇਪ ਰਿਕਾਰਡ ਕਰਤਾ। ਕਹਿੰਦੀ ਮੈਂ ਰਿਕਾਰਡ ਕਰਾਊਂ। ਫਿਰ ਮੈਂ ਆ ਗਿਆ। ਮੈਂ ਕਿਹਾ ਇਹਨੇ ਕਿਹਨੇ ਰਿਕਾਰਡ ਕਰਾਉਣਾ? ਪਰ ਮਹੀਨੇ ਕੇ ਬਾਅਦ ਉਹਨਾਂ ਦਾ ਬੰਦਾ ਇੱਕ ਫਾਰਮ ਲੈ ਕੇ ਆ ਗਿਆ, ਕਹਿੰਦੇ ਸਾਈਨ ਕਰਾਓ, ਤੁਹਾਡਾ ਗੀਤ ਰਿਕਾਰਡ ਹੋ ਗਿਆ। ਤੇ ਉਸ ਤੋਂ ਪਹਿਲਾਂ ਮੈਂ ਕਈਆਂ ਨੂੰ ਕਹਿੰਦਾ ਮੇਰਾ ਗੀਤ ਹੋ ਗਿਆ, ਕਈ ਸਾਲ ਕਹਿੰਦਾ ਰਿਹਾ, ਹੋਇਆ ਕਰਨਾ ਨਾ। ਫਿਰ ਕਈ ਕਾਲਜ ਕਹਿ ਕਰਨ ਵੀ ਸਾਲਾ ਫੁਕਰਾ ਗੱਲਾਂ ਮਾਰਦਾ। ਇਹ ਗਾਣਾ ਸੀਗਾ ਸ਼ਾਹਾਂ ਦਾ ਕਰਜ਼ ਬੁਰਾ? ਨਹੀਂ, ਇਸ ਤੋਂ ਪਹਿਲਾਂ ਤੇਰੇ ਪਿੱਛੇ ਜੱਟੀ ਨੇ ਕਰ ਛੱਡਿਆ, ਡਿਊਟ ਗਾਣਾ ਸੀ। ਤੇ ਉਹ ਜਦੋਂ 4-5 ਮਹੀਨਿਆਂ ਬਾਅਦ ਆ ਗਿਆ ਰਿਕਾਰਡ, ਫਿਰ ਮੈਂ ਕਾਲਜ ਦੇ ਮੁੰਡੇ ਲਿਜਾ ਦੁਕਾਨ ਛਡਾਈ। ਮੈਂ ਕਿਹਾ ਦੇਖੋ ਮੇਰਾ ਨਾਂ ਬੋਲਦਾ। ਵਾਹ ਵਾਹ ਵਾਹ। ਆ ਜਦੋਂ ਨਾ ਧਾਂਦਰੇ ਵਾਲੇ ਸੰਦੀਲਿਆ ਵੀ ਮੇਰਾ ਧਨ ਦੌਲਤ ਦਾ ਪਿਆਰ ਵੀ ਸਜਣਾ ਪਿਆਰ। ਥੋੜੇ ਜਿਹੇ ਬੋਲ ਆਉਣ ਦਿਓ ਇਹਦੇ, ਪਤਾ ਲੱਗੇ ਸਾਡੇ ਦਰਸ਼ਕਾਂ ਨੂੰ ਵੀ ਪਹਿਲੇ ਗੀਤ ਦੇ ਵਿੱਚ ਤੁਹਾਡੀ ਉਡਾਰੀ ਕਿਹੋ ਜੀ ਸੀ। ਉਹ ਦੁਗਾਣਾ ਸੀ। ਮੈਂ ਇੱਕ ਅੰਤਰ ਸੁਣਾ, ਤੇਰੇ ਪਿੱਛੇ ਜੱਟੀਏ ਨੇ ਕਰ ਛੱਡਿਆ ਨਾਲੇ ਦਰ ਛੱਡਿਆ, ਛੱਡ ਕੇ ਤੂੰ ਸਾਨੂੰ ਜਾ ਕੇ ਕਿੱਥੇ ਤੁਰ ਗਈ, ਨੀ ਰੱਬ ਕੀਤੇ ਦੋ ਨੀ ਤੂੰ ਇੱਕ ਕਰ ਗਈ, ਰੱਬ ਕੀਤੇ ਦੋ ਨੀ ਤੂੰ ਇੱਕ ਕਰ ਗਈ। ਧਨ ਦੌਲਤ ਦਾ ਪਿਆਰ ਵੇ ਝੂਠਾ, ਪਿਆਰ ਰੂਹਾਂ ਦਾ ਸੱਚਾ, ਤਾਂਦੇ ਬੜੇ ਸੰਦੀਲਿਆਂ ਵੇ ਮੇਰਾ ਪਿਆਰ ਨਹੀਂ ਸੱਜਣਾ ਕੱਚਾ। ਫੀਮ ਡੋਡੇ ਸ਼ਰਦਾ ਸ਼ਰਾਬ ਛੱਡ ਦੇ, ਸਾਰੇ ਕੰਮ ਮਾੜੇ ਤੂੰ ਜਨਾਬ ਛੱਡ ਦੇ, ਫੇਰ ਤੇਰੀ ਮੇਰੀ ਜੋੜੀ ਪੱਕੀ ਸ਼ਰਤੀ, ਵੇ ਰੱਬ ਕੀਤੇ ਦੋ ਵੇ ਤੂੰ ਇੱਕ ਕਰਤੀ, ਰੱਬ ਕੀਤੇ ਦੋ ਵੇ ਤੂੰ ਇੱਕ ਕਰਤੀ। ਵਾਹ ਵਾਹ। ਤੇ ਕਿੰਨਾ ਕੁ ਗਾਣਾ ਚੱਲਿਆ ਸੀ ਬਾਈ ਜੀ ਇਹ? ਬਹੁਤ ਅੱਛਾ ਚੱਲਿਆ ਸੀ। ਉਸ ਤੋਂ ਬਾਅਦ ਮੈਨੂੰ ਜਗਮੋਹਨ ਜੀ ਕਹਿੰਦੇ ਵੀ ਜਿਹੜਾ ਤੂੰ ਕਾਕਾ ਗੀਤ ਲਿਖਦਾ ਸਾਡੇ ਕੋਲ ਆਇਆ ਕਰ। ਥੋੜੇ ਦਿਨਾਂ ਬਾਅਦ ਮੈਂ ਕੁਦਰਤੀ ਗੀਤ ਲਿਖਿਆ ਸ਼ਾਹਾਂ ਦਾ ਕਰਜ਼ ਬੁਰਾ, ਅੱਜ ਤੱਕ ਚੱਲਦਾ। ਹਾਂ, ਉਹਦੇ ਮੈਂ ਦੋ ਦੱਸਣਾ। ਜੀ ਜੀ ਜੀ। ਸ਼ਾਹਾਂ ਦਾ ਕਰਜ਼ ਬੁਰਾ, ਜਿਗਰ ਦਾ ਦਰਦ ਬੁਰਾ, ਫਕਰ ਦੀ ਮਾਰ ਬੁਰੀ, ਬਗਾਨੀ ਨਾਰ ਬੁਰੀ, ਮਿੱਤਰਾਂ ਦੇ ਗਲ ਤੇ ਜੋ ਹੱਥ ਧਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ। ਉਹ ਮਾੜੇ ਤੋਂ ਨਾ ਜਾਂਦਾ ਮੋੜਿਆ ਉਧਾਰ ਹੈ, ਹਰ ਵੇਲੇ ਚੜਿਆ ਰਹਿੰਦਾ ਬੁਖਾਰ ਹੈ। ਸ਼ਾਹੂਕਾਰ ਸਖਤ ਬੁਰਾ ਹੁੰਦਾ ਉਹ ਵਕਤ ਬੁਰਾ, ਪੈਸਿਆਂ ਨੂੰ ਸੇਠ ਜਾਂ ਗਲੋਂ ਫੜਦਾ, ਪਰ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ। ਬਹੁਤ ਖੂਬ ਗੀਤ ਕਮਾਲ ਕਰ ਦਿੱਤਾ। ਇਹ ਮੈਨੂੰ ਨਾ ਹੋਰ ਗੱਲ ਚੰਗੀ ਲੱਗੀ, ਤੁਸੀਂ ਜਦੋਂ ਦੱਸਿਆ ਨਾ, ਆਪਾਂ ਜਦੋਂ ਪ੍ਰਸ਼ਾਦਾ ਛਕਦੇ ਸੀ, ਤੁਸੀਂ ਕਿਹਾ ਵੀ ਇਹਨੂੰ ਦਹਾਕੇ ਹੋ ਗਏ ਆਇਆ, ਪਰ ਹੁਣ ਵੀ ਮੰਚ ਦੇ ਉੱਤੇ ਸੁਣਦੇ ਆ। ਮੈਂ ਕੱਲ ਵੀ ਗਾਇਆ ਜੀ। ਕੱਲ ਸਿਫਾਰਿਸ਼ ਕੇ ਫਰਮਾਇਸ਼ ਆਈ, ਮੈਂ ਉਹ ਕਿ ਵਿਆਹ ਗਿਆ ਸੀ, ਉਹ ਆਤਮਾ ਬੁੱਢੇ ਵਾਲੇ ਦੇ ਬੇਟੇ ਦਾ ਵਿਆਹ ਸੀ, ਸਾਰੇ ਕਲਾਕਾਰ ਸੀ। ਮੈਂ ਚੜ੍ਹ ਲੱਗਾ, ਕਹਿੰਦੇ ਉਹ ਦੋ ਲਾਈਨਾਂ ਸਿਖਾ ਦਿਓ। ਮੈਂ ਕਿਹਾ ਚੱਲ ਵੀ ਮੈਂ, ਉਹ ਸਾਡੀ ਜਗਮੋਹਨ ਕੌਰ ਜੀ, ਉਹ ਮੇਰੇ ਕਿਉਂਕਿ ਮੇਰੇ ਅੰਨਦਾਤੀ ਸੀ, ਮੈਨੂੰ ਇਸ ਲਾਈਨ 'ਚ ਉਹਨਾਂ ਨੇ ਪਾਇਆ ਸੀ। ਉਹ ਜਗਮੋਹਨ ਕਹਿੰਦੇ ਹੁੰਦੇ ਸੀ ਵੀ ਜ਼ਿੰਦਗੀ में चाहे जोश ना हो, बात करने की चाहे होश ना हो, लाख गुनाह हो आदमी में, पर आदमी एहसान फरामोश ना हो। बहुत हो, क्योंकि मैं ਉਹਨਾਂ ਦਾ एहसान ਮੰਨਦਾ, ਜੇ ਅੱਜ ਵੀ ਬੈਠਾ ਤਾਂ ਉਹਨਾਂ ਦੀ ਬਦੌਲਤ ਬੈਠਾ। ਕੀ ਬਾਤ। ਅਗਰ ਨਾ ਉਹ ਮੈਨੂੰ ਕਰਦੇ ਸ਼ਾਇਦ ਮੈਂ
ਇਸ ਕਾਬਿਲ ਨਾ ਬਣਦਾ ਬਾਈ ਜੀ ਗੀਤਕਾਰੀ ਤੋਂ ਗਾਇਕੀ ਵੱਲ ਬਹੁਤ ਸਾਰੇ ਸੱਜਣ ਉਦੋਂ ਆਏ ਜਦੋਂ ਉਹਨਾਂ ਨੂੰ ਗੀਤਕਾਰੀ ਦੇ ਵਿੱਚੋਂ ਕੁਝ ਲੱਭਿਆ ਨਹੀਂ, ਨਾ ਬਣਦਾ ਰਿਹਾ, ਕੈਸਟ ਦੇ ਕਵਰ ਤੇ ਫੋਟੋ ਆਉਂਦੀ ਰਹੀ ਪਰ ਜੇਬ ਦੇ ਵਿੱਚ ਕੁਝ ਨਹੀਂ ਸੀ ਆਉਂਦਾ। ਹੱਲਾ ਸ਼ੇਰੀ ਬਾਈ ਸਿਰਾ ਲਾਤਾ, ਬੰਬ ਬਲਾਤੇ, ਕਮਾਲਾਂ ਕਰਤੀਆਂ। ਤੁਸੀਂ ਇਧਰਲੇ ਪਾਸੇ ਨੂੰ ਪਹਿਲਾਂ ਗੀਤਕਾਰ ਫਿਰ ਗਾਇਕੀ ਵੱਲ ਇਹ ਮੋੜ ਕਿਵੇਂ ਕੱਟ ਲਿਆ? ਮੇਰੀ ਐਕਚੁਅਲੀ ਹੋਰ ਕੀ ਸੀ, ਮੈਂ ਜਦੋਂ ਗੀਤਕਾਰੀ ਤੇ ਗਾਇਕੀ ਦੋ ਸੈਪਰੇਟ ਆਰਟ ਨੇ, ਕਿ ਜਿਹੜਾ ਗਾਊਗਾ ਉਹ ਜਿਹਦੀ ਆਵਾਜ਼ ਹੈ, ਲਿਖੂਗਾ ਜਿਹਨੂੰ ਪਰਮਾਤਮਾ ਨੇ ਹੁਨਰ ਦਿੱਤਾ ਲਿਖਣ ਦਾ। ਮੈਨੂੰ ਥੋੜ੍ਹਾ ਥੋੜ੍ਹਾ ਪਰਮਾਤਮਾ ਨੇ ਗੁਜ਼ਾਰੇ ਜੋਗਾ ਦੋਵੇਂ ਦਿੱਤੇ ਸੀ। ਮੈਂ ਪੰਜਾਬ ਯੂਨੀਵਰਸਿਟੀ ਦਾ 77 'ਚ ਬੈਸਟ ਫੋਕ ਸਿੰਗਰ ਸੀ, ਮੈਨੂੰ ਗਵਰਨਮੈਂਟ ਕਾਲਜ ਨੇ ਰੋਲ ਆਫ ਆਨਰ ਦਿੱਤਾ। ਤੇ ਉਦੋਂ ਫਿਰ ਮੈਂ ਤੇ ਜੀ ਜਦੋਂ ਮੈਂ ਜਾਂਦਾ ਹੁੰਦਾ ਕਿਸੇ ਵਿਆਹ ਸ਼ਾਦੀ 'ਚ ਜੀ, ਤੇ ਪੈਸੇ ਪੂਸੇ ਥੋੜ੍ਹੇ ਹੁੰਦੇ ਸੀ, ਉਦੋਂ ਰਿਵਾਜ ਹੁੰਦਾ ਸਿੱਖਿਆ ਸਿਹਰਾ ਪੜ੍ਹਨ ਦਾ। ਜੇ ਕਿਸੇ ਯਾਰ ਦੋਸਤ ਦੀ ਭੈਣ ਦਾ ਵਿਆਹ ਤਾਂ ਉਹਨੇ ਕਹਿਣਾ ਸਿੱਖਿਆ ਪੜ੍ਹੇਗਾ, ਮੈਂ ਪੜ੍ਹੂੰਗਾ। ਤੇ ਉਧਰ ਆਨੰਦ ਕਾਰਜ ਜਿਹੜਾ ਮੈਂ ਕਿਹਾ ਚਾਚੇ ਤਾਏ ਦੇ ਨਾਂ ਲਿਖਾਈ ਜਰਾ, ਉਹਨੇ ਨਾਂ ਲਿਖਾਉਣਾ, ਮੈਂ ਭੈਣੇ ਤੈਨੂੰ ਦੇਖ ਕੇ ਫਲਾਨਾ ਰੋਂਦਾ ਫਲਾਨਾ ਹੱਸਦਾ ਕਰ ਕਰਕੇ ਮੈਂ 5-7 ਰੁਪਏ 200-400 ਰੁਪਏ ਕੁੱਟ ਕੇ ਉਹਦਾ ਪਰੇ ਹੋਣਾ। ਤੇ ਜੇ ਕੋਈ ਸਿਹਰਾ ਹੋਣਾ ਮੈਂ ਜਿਹੜੇ ਕੜਮ ਸਿਰ ਨੂੰ ਕਹਿਣ ਦੇ ਸੀ ਮਾੜਾ ਜਿਹਾ ਮੈਨੂੰ, ਮੈਂ ਜਦੇ ਕਰਕੇ ਉੱਥੇ ਜਿਹੜੇ ਸਿਰ ਲਗਾ ਕੇ 400-500 ਰੁਪਈਆ ਮੈਂ ਵੱਟ ਲਿਆਉਂਦਾ ਸੀ। ਤੇ ਉਦੋਂ ਜਦੋਂ ਮੇਰੇ ਗੀਤ ਰਿਕਾਰਡ ਹੋ ਗਏ, ਫਿਰ ਮੇਰੀ ਜਦੋਂ ਮੈਂ ਜਾਣਾ ਮੇਰੀ ਪਹਿਚਾਣ ਬਣ ਗਈ। ਇਹਦੇ ਵਿਆਹ ਸ਼ਾਦੀ ਜਾਣਾ, ਜੇ ਕੋਈ ਸਦੀਕ ਸਾਹਿਬ ਗਾ ਰਿਹਾ, ਮਾਨਕ ਸਾਹਿਬ ਗਾ ਰਿਹਾ, ਦਦਾਰ ਗਾ ਰਿਹਾ, ਰਮਲਾ ਬਾਈ ਗਾ ਰਿਹਾ, ਤੇ ਉਹਨਾਂ ਕਹਿੰਦਾ ਸਦੀਲਾ ਆ ਗਿਆ, ਸਦੀਲਾ ਆ ਗਿਆ। ਇੱਕ ਮੇਰੀ ਕਾਲਜ ਸਰਕਲ ਬਹੁਤ ਸੀ, ਮੇਰੇ ਯਾਰ ਦੋਸਤ ਬਹੁਤ ਸੀ, ਤੇ ਮੁੰਡਿਆਂ ਦਾ ਕਾਲਜਾਂ ਦਾ ਹੋਲਡ ਹੁੰਦਾ, ਤੇ ਜਿੱਥੇ ਮੈਂ ਜਾਣਾ ਉਹ ਕਹਿੰਦਾ ਸਦੀਲਾ ਗਾਊਗਾ ਜੀ। ਅੱਛਾ, ਯਾਨੀ ਜਿੰਨੇ ਇਹਨਾਂ ਨੂੰ ਠਸਾਈ ਦੇ ਪੈਸੇ ਹੁੰਦੇ ਸੀ ਮੈਨੂੰ ਇੱਕ ਗੀਤ ਤੇ ਹੋ ਜਾਂਦੇ ਸੀ। ਵਾਹ, ਇੰਨੇ ਪੈਸੇ ਮੈਨੂੰ ਹੋਣ ਲੱਗ ਗਏ। ਕੀ ਬਾਤ ਹੈ। ਫਿਰ ਮੈਂ ਸੋਚਿਆ ਵੀ ਇਹ ਜਿਹੜਾ ਇਹ ਕੰਮ ਹੈ ਇਹ ਜ਼ਿਆਦਾ ਵਧੀਆ, ਤੇ ਉਹ ਕੁਦਰਤੀ ਮੈਨੂੰ ਫਿਰ ਚਾਂਸ ਮਿਲ ਗਿਆ ਵੀ ਇੱਧਰ ਆ ਜਾਓ। ਫਿਰ ਮੈਂ ਉਧਰ ਉਸ ਤੋਂ ਪਹਿਲਾਂ ਮੈਂ ਐਫਸੀ 'ਚ ਇੰਸਪੈਕਟਰ ਲੱਗ ਗਿਆ ਸੀ। ਮੈਂ ਐਮਏ ਕਰਨ ਤੋਂ ਬਾਅਦ ਮੈਂ ਨੌਕਰੀ ਜੁਆਇਨ ਕਰ ਗਿਆ ਸੀ ਜੀ, ਯਾਨੀ ਮੇਰੀ ਇੱਕ ਸੇਫਟੀ ਹੋ ਗਈ ਸੀ ਲਾਈਫ ਦੀ, ਮੇਰਾ ਟਰੈਕ ਬਣ ਗਿਆ ਸੀ। ਪਰ ਫਿਰ ਮੈਂ ਦੇਖਿਆ ਉਹ ਮਹੀਨੇ ਬਾਅਦ ਤਨਖਾਹ ਮਿਲਦੀ ਆ, ਉਹਨੇ ਤਾਂ ਮੈਂ ਘੰਟੇ 'ਚ ਕੁੱਟ ਲੈਣਾ ਇੱਥੋਂ। ਫਿਰ ਮੈਂ ਇੱਧਰ ਆ ਗਿਆ ਸੀ ਤਾਂ ਕਰਕੇ। ਵਾਹ ਵਾਹ। ਤੇ ਬਾਈ ਜੀ ਜਦੋਂ ਪੈਸਾ ਕਾਂ ਬਨੇਰੇ ਦਾ, ਕਦੇ ਐਸ ਬਨੇਰੇ ਤੇ ਕਦੇ ਉਸ ਬਨੇਰੇ ਤੇ ਇਹ ਗਾਇਆ, ਲੱਗਦਾ ਸੀ ਵੀ ਭਾਈ ਇਸ ਗਾਣੇ ਦੀ ਇੰਨੀ ਪਛਾਣ ਬਣ ਗਈ? ਨਾਲੇ ਇਸ ਗਾਣੇ ਦੇ ਗਾਉਣ ਦੇ ਪਿੱਛੇ ਕੋਈ ਕਹਾਣੀ ਸੀ, ਕੋਈ ਇਹੋ ਜਿਹਾ ਮਨ 'ਚ ਵਿਚਾਰ ਆਇਆ ਸੀ ਕਿ ਇਹ ਗੀਤ ਗਾਇਆ ਜਾਂ ਵੈਸੇ ਹੀ ਸਹਿਜ? ਨਹੀਂ, ਵੈਸੇ ਮੈਂ ਐਵੇਂ ਕਈ ਆਮ ਕਹਿੰਦੇ ਵੀ ਉਹਨੂੰ ਫਲਾਣਾ ਹੋ ਗਿਆ, ਮੇਰੇ ਹੁਣ ਵੀ ਨਾ ਜਿਹਨ ਦੇ ਵਿੱਚ ਮੈਂ ਐਕਚੁਅਲੀ ਕਰਦਾ ਵੀ ਜਿਹੜੇ ਇਹ ਗੀਤਕਾਰੀਆਂ ਨੇ ਇੱਕ ਆਮਦ ਹੁੰਦੀ ਆ। ਬਿਲਕੁਲ, ਇਹ ਆਮਦ ਆ ਵੀ ਜਦੋਂ ਤੁਸੀਂ ਤੁਰੇ ਫਿਰਦੇ ਕਿਤੇ ਵੀ ਤੁਹਾਡੇ ਦਿਮਾਗ 'ਚ ਕੋਈ ਲਾਈਨ ਆ ਜਾਂਦੀ ਹੈ, ਉਹ ਜਦੋਂ ਉਹ ਕਈ ਮੈਨੂੰ ਕਹਿਣਗੇ ਤੁਹਾਨੂੰ ਬੜਾ ਜੀ ਇਹ ਵਿਛੋੜੇ ਦਾ, ਮੈਂ ਕਿਹਾ ਮੇਰਾ ਤਾਂ ਵਿਛੋੜਾ ਕੋਈ ਹੈ ਹੀ ਨਹੀਂ, ਮੈਨੂੰ ਤਾਂ ਜੋ ਮੰਗਿਆ ਮੈਨੂੰ ਰੱਬ ਨੇ ਦਿੱਤਾ ਹੈ, ਮੈਂ ਕਿਉਂ ਰੋਵਾਂ ਕਿਉਂ ਪਿੱਟਾਂ, ਤੇ ਮੈਨੂੰ ਤਾਂ ਕੋਈ ਐਸੀ ਹੈ ਨਹੀਂ ਗੀ। ਪਰ ਉਹ ਫੀਲਿੰਗ ਹੁੰਦੀ ਆ, ਫੀਲ ਇੱਕ ਸ਼ਾਇਰਾਨਾ ਫੀਲਿੰਗ ਵੱਖਰੀ ਆ, ਉਹ ਜਦੋਂ ਆਉਂਦੀ ਆ ਉਹ ਫਿਰ ਲਿਖ ਦਿੰਦਾ ਮੈਂ। ਪਰ ਮੇਰਾ ਉਹਦਾ ਵੀ ਮੈਨੂੰ ਸਾਰੇ ਕਦੇ ਲਿਖਦਾ ਕਦੋਂ, ਮੈਂ ਆਪ ਕਹਿੰਦਾ ਮੈਨੂੰ ਨਹੀਂ ਪਤਾ ਹੁੰਦਾ ਕਦੋਂ ਲਿਖਦਾ। ਕਦੀ ਮੈਨੂੰ ਕੋਈ ਟਾਈਮ ਨਹੀਂ ਗਾ, ਨਾ ਲਿਖਾਂ ਮੈਂ ਸਾਲ ਨਾ ਲਿਖਾਂ ਤਾਂ ਭਾਵੇਂ 2-4 ਦਿਨਾਂ 'ਚ 2-4 ਗੀਤ ਲਿਖ ਲਵਾਂ, ਤੇ ਉਹ ਲਿਖ ਲਈਦਾ ਬਸ। ਇਹ ਗਾਣਾ ਕਿਹੜੇ ਵਰੇ ਦੇ ਵਿੱਚ ਆਇਆ ਸੀ? ਇਹ 97-98 'ਚ ਆਇਆ। ਤੇ ਇਹ ਉਦੋਂ ਨਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਗੀਤ ਸਾਈਡ ਬਠਿੰਡੇ ਵਾਲੇ ਦਾ ਚੱਲਦਾ ਸੀ, ਧਰਮਪ੍ਰੀਤ ਭਿੰਦਰ ਦਾ ਜਿਹੜੀ ਟੀਮ ਉਦਾਸੀ ਵਾਲੇ ਗੀਤ, ਭਿੰਦਰ ਦੀ ਟੀਮ ਵਰਕ ਕਰ ਰਹੀ ਸੀ ਡੱਬ ਵਾਲੀ ਦੀ, ਉਹ ਮੇਰਾ ਛੋਟੇ ਭਰਾ ਵਰਗਾ, ਮੇਰਾ ਬਹੁਤ ਪਿਆਰ ਉਹਦੇ ਨਾਲ। ਤੇ ਉਦੋਂ ਮੇਰੇ ਗੀਤ ਇਹ ਗੀਤ ਹੈ ਨਾ ਤੇ ਇਹਦੀ ਗੀਤ ਦੀ ਅਸੀਂ ਵੀਡੀਓ ਬਣਾਈ ਨਾ ਕੋਈ, ਸਿਰਫ ਇਹਨੂੰ ਸਿੰਪਲੀ ਮੈਂ ਜਾ ਕੇ ਦੂਰਦਰਸ਼ਨ ਤੇ ਗਾਤਾ। ਤੇ ਮੈਨੂੰ ਲੱਗਦਾ ਸੀ ਵੀ ਇਹ ਗੀਤ ਸ਼ਾਇਦ ਨਾ ਕੋਈ ਕਲਿੱਕ ਕਰੇ, ਪਰ ਉਹ ਗੀਤ ਇੱਕ ਵੱਖਰੀ ਪਹਿਚਾਣ ਛੱਡ ਗਿਆ। ਵਾਕਈ ਬਹੁਤ ਅੱਛਾ। ਉਸ ਤੋਂ ਬਾਅਦ ਇੱਕ ਗੀਤ ਹੋਰ ਸੀ, ਜਦੋਂ ਤੂੰ ਤਰੀਕ ਤੇ ਜਾਣਾ ਤੇਰੀ ਸੁੱਖ ਮੈਂ ਕਲੇਸੀਆਂ ਮੰਗਦੀ, ਵੇ ਗੋਲੀਆਂ ਸੀ 2 ਚੱਲੀਆਂ ਸਾਰੀ ਉਮਰ ਕਚਹਿਰੀਆਂ ਚੱਲਾਂਗੀ। ਇਹ ਵੀ ਗੀਤ ਬਹੁਤ ਅੱਛਾ ਚੱਲ ਗਿਆ। ਕਈ ਸੋਲੋ ਗੀਤ ਇੱਕ ਸੀ, ਕੋਈ ਕਿਸੇ ਨੂੰ ਉਜਾੜ ਕੇ ਵਸਿਆ ਤੇ ਫਿਰ ਯਾਰੋ ਕੀ ਵਸਿਆ, ਬੰਦਾ ਕਿਸੇ ਨੂੰ ਰਵਾ ਕੇ ਆਪ ਹੱਸਿਆ ਤੇ ਫਿਰ ਯਾਰੋ ਕੀ। ਬਾਈ ਜੀ ਪੈਸੇ ਵਾਲਾ ਹੁਣ ਦਿਓ ਤੇ ਫਿਰ ਕਚਹਿਰੀ 'ਚ ਗੋਲੀ ਵਾਲਾ ਉਹ ਵੀ ਸੁਣਨਾ ਆਪਾਂ ਜ਼ਰੂਰ। ਇਹ ਪੈਸਾ ਕਾਗ ਬਨੇਰੇ ਦਾ, ਇਹ ਕਦੀ ਐਸ ਬਨੇਰੇ ਤੇ, ਇਹ ਕਦੀ ਉਸ ਬਨੇਰੇ ਤੇ, ਇਹ ਬੇਵਫਾ ਮਹਿਬੂਬ ਜਿਹਾ, ਇਹ ਬੇਵਫਾ ਮਹਿਬੂਬ ਜਿਹਾ, ਕਦੀ ਆਸ਼ਕ ਤੇਰੇ ਤੇ, ਕਦੀ ਆਸ਼ਕ ਮੇਰੇ ਤੇ, ਇਹ ਪੈਸਾ ਕਾਗ ਬਨੇਰੇ ਦਾ, ਇਹ ਕਦੀ ਐਸ ਬਨੇਰੇ ਤੇ, ਕਦੀ ਉਸ ਬਨੇਰੇ ਤੇ, ਕਈ ਰਾਜਾਂ ਭਰੇ ਖਜ਼ਾਨੇ ਸੀ, ਕਈ ਨਾਦਰ ਇਹਦੇ دیਵਾਨੇ ਸੀ, ਇਹਦੇ ਆਉਣ ਜਾਣ ਦਾ ਸਮਾਂ ਨਹੀਂ, ਇਹਦੇ ਆਉਣ ਜਾਣ ਦਾ ਸਮਾਂ ਨਹੀਂ,
ਇਹ ਆਵੇ ਦੁਪਹਿਰਾਂ ਨੂੰ ਤੁਰ ਜਾਵੇ ਹਨੇਰੇ ਤੇ ਇਹ ਪੈਸਾ ਕਾਗ ਬਨੇਰੇ ਦਾ ਇਹ ਕਦੀ ਐਸ ਬਨੇਰੇ ਤੇ ਕਦੀ ਐਸ ਬਨੇਰੇ ਤੇ ਘਰ ਘਰ ਵਿੱਚ ਜਿਹੜੀ ਲੜਾਈ ਆ ਉਹ ਇਸ ਪੈਸੇ ਨੇ ਪਾਈ ਆ ਇਹ ਮਾਰ ਪਲਾਕੀ ਚੜ ਜਾਂਦਾ ਕਦੀ ਤੇਰੇ ਕੰਧੇੜੇ ਤੇ ਕਦੀ ਮੇਰੇ ਕੰਧੇੜੇ ਤੇ ਇਹ ਪੈਸਾ ਕਾਗ ਬਨੇਰੇ ਦਾ ਲਾਸਟ ਹੋਣਾ ਕਈ ਹੁਣ ਸੰਦੀਲੇ ਜੇਲੀ ਪੈ ਕਈ ਇਹਦੇ ਪਿੱਛੇ ਪਰਦੇਸੀ ਗਏ ਇਹਦਾ ਅਸਲ ਟਿਕਾਣਾ ਕੋਈ ਨਹੀਂ ਇਹਦਾ ਅਸਲ ਟਿਕਾਣਾ ਕੋਈ ਨਹੀਂ ਕਦੀ ਹੁੰਦਾ ਚੋਰਾਂ ਕੋਲ ਕਦੀ ਸੰਤਾਂ ਦੇ ਡੇਰੇ ਤੇ ਇਹ ਪੈਸਾ ਕਾਗ ਬਨੇਰੇ ਦਾ ਕਦੀ ਐਸ ਬਨੇਰੇ ਤੇ ਕਦੀ ਉਸ ਬਨੇਰੇ ਤੇ ਉਹ ਵੀ ਆਉਣ ਦਿਓ ਮਾੜਾ ਜਿਹਾ ਕਚਹਿਰੀ ਵਾਲਾ ਵੀ ਅੱਜ ਅਸੀਂ ਸਾਰੇ ਸੁਣ ਲੈਣੇ ਨੇ ਲਓ ਵੀ ਮਿੱਤਰੋ ਮੈਨੂੰ ਪਤਾ ਹੁੰਦਾ ਹਾਈ ਕਰ ਲੱਗੇ ਮੈਨੂੰ ਪਤਾ ਵਾਜਾ ਹੀ ਲੈ ਕੇ ਆਉਂਦਾ ਜੀ ਗੱਲ ਮੈਂ ਤਾਂ ਸ਼ੁਗਲ ਜੀ ਆ ਗਿਆ ਸੀ ਇਹ ਨਾ ਆਮ ਹੁੰਦਾ ਵੀ ਜਦੋਂ ਬੰਦਾ ਗੁੱਸੇ ਚ ਕੰਮ ਕਰ ਲੈਂਦਾ ਜੀ ਜੀ ਸਪੋਜ਼ ਕਰੋ ਬੱਚਿਆਂ ਦੀ ਐਡਮਿਸ਼ਨ ਹੋਣੀ ਉਹਨਾਂ ਦਾ ਕੈਰੀਅਰ ਬਣਨਾ ਉਹਨਾਂ ਜਮਾਨੇ ਕੇਸ ਪੈ ਜੇ ਇਹ ਸਾਰੇ ਹਾਲਾਤ ਖਰਾਬ ਹੁੰਦੇ ਆ ਬਿਲਕੁਲ ਪੋਸਟ ਤੇ ਗਏ ਕਰ ਗਏ ਉਹ ਬੱਚਿਆਂ ਦਾ ਕੈਰੀਅਰ ਖਰਾਬ ਹੋ ਗਿਆ ਜਦੋਂ ਉਹ ਐਸੀ ਸਟੇਜ ਤੇ ਘਰ ਉਜੜ ਜਾਂਦੇ ਆ ਉਹਦਾ ਇੱਕ ਐਸੇ ਜਿਹੜਾ ਕਲੇਸੀ ਬੰਦਾ ਉਹਦੇ ਘਰ ਵਾਲੀ ਸਮਝਾਉਂਦੀ ਆ ਵੀ ਇਹ ਕੰਮ ਕੀਤਾ ਵੇ ਜਦੋਂ ਤੂੰ ਤਰੀਕ ਤੇ ਜਾਣਾ ਵੇ ਜਦੋਂ ਤੂੰ ਤਰੀਕ ਤੇ ਜਾਣਾ ਮੈਂ ਤੇਰੀ ਸੁੱਖ ਵੇ ਕਲੇਸੀਆਂ ਹਾਏ ਮੰਗਦੀ ਵੇ ਗੋਲੀਆਂ ਸੀ ਦੋ ਚੱਲੀਆਂ ਵੇ ਗੋਲੀਆਂ ਸੀ ਦੋ ਚੱਲੀਆਂ ਸਾਰੀ ਉਮਰ ਕਚਹਿਰੀਆਂ 'ਚ ਲੱਗ ਗਈ ਵੇ ਗੋਲੀਆਂ ਸੀ ਦੋ ਚੱਲੀਆਂ ਵੇ ਸਾਰੀ ਉਮਰ ਕਚਹਿਰੀਆਂ 'ਚ ਲੱਗ ਗਈ ਵੇ ਗੋਲੀਆਂ ਸੀ ਦੋ ਚੱਲੀਆਂ ਹਰ ਵੇਲੇ ਪੁੱਛਦਾ ਲੜਾਈ ਦਾ ਤੂੰ ਮੁੱਲ ਵੇ ਪੈੜੀਆਂ ਬੰਦੂਕਾਂ ਦੇ ਨਹੀਂ ਬੰਦ ਹੁੰਦੇ ਬੁੱਲ ਵੇ ਪੈੜੀਆਂ ਬੰਦੂਕਾਂ ਦੇ ਨਹੀਂ ਬੰਦ ਹੁੰਦੇ ਬੁੱਲ ਵੇ ਵੇ ਰਹਿੰਦੀ ਪਰੇਸ਼ਾਨੀ ਨੱਚਦੀ ਰਾਤੀ ਨੀਂਦ ਕਦੇ ਆਉਂਦੀ ਨਹੀਂ ਢੰਗ ਦੀ ਵੇ ਗੋਲੀਆਂ ਸੀ ਦੋ ਚੱਲੀਆਂ ਸਾਰੀ ਉਮਰ ਕਚਹਿਰੀਆਂ 'ਚ ਲੰਘ ਗਈ ਵੇ ਗੋਲੀਆਂ ਸੀ ਦੋ ਚੱਲੀਆਂ ਵੇ ਮਾਰ ਕੇ ਤੂੰ ਗੋਲੀ ਕਹਿਣਾ ਬੰਦਾ ਗੱਡੀ ਚਾੜਿਆ ਬੱਚੀਆਂ ਦਾ ਆਉਣ ਵਾਲਾ ਸਮਾਂ ਤੂੰ ਵਿਗਾੜਿਆ ਵੇ ਬੱਚੀਆਂ ਦਾ ਆਉਣ ਵਾਲਾ ਸਮਾਂ ਤੂੰ ਵਿਗਾੜਿਆ ਵੇ ਘਰ ਦੇ ਹਾਲਾਤ ਵਿਗੜੇ ਘਰ ਦੇ ਹਾਲਾਤ ਵਿਗੜੇ ਜਿਵੇਂ ਹੜ੍ਹਾਂ ਵਿੱਚ ਹਾਲਤ ਵੇ ਮੰਡਦੀ ਵੇ ਗੋਲੀਆਂ ਸੀ ਦੋ ਚੱਲੀਆਂ ਵੇ ਰੋਜ਼ ਦੀਆਂ ਬੜਕਾਂ ਤੇ ਨਿਤ ਨਵੇਂ ਸਦਮੇ ਕਦੋਂ ਇਹ ਸੰਦੀਲੇ ਆਵੇ ਮੁੱਕਣੇ ਮੁਕਦਮੇ ਕਦੋਂ ਇਹ ਸੰਦੀਲੇ ਆਵੇ ਮੁੱਕਣੇ ਮੁਕਦਮੇ ਵੇ ਹੋਵੇ ਜੇ ਸਲਾਬ ਚੜਦੀ ਫਿਰ ਜ਼ਿਆਦਾ ਨਹੀਂ ਉਮਰ ਹੁੰਦੀ ਕੰਧ ਦੀ ਵੇ ਗੋਲੀਆਂ ਸੀ ਦੋ ਚੱਲੀਆਂ ਸਾਰੀ ਉਮਰ ਕਚਹਿਰੀਆਂ 'ਚ ਲੱਗ ਗਈ ਵੇ ਗੋਲੀਆਂ ਸੀ ਦੋ ਚੱਲੀਆਂ ਕਮਾਲ ਕਰ ਸੰਦੀਲਾ ਸਾਹਿਬ ਭਾਵੁਕ ਕਰਨ ਵਾਲਾ ਇਹ ਗੀਤ ਆ ਬਹੁ ਗਿਣਤੀ ਕਲਾਕਾਰ ਅੱਜ ਜਿਹੜੇ ਇਹ ਗੱਲ ਕਹਿੰਦੇ ਵੀ ਗੋਲੀ ਮਾਰ ਕੇ ਬੰਦੇ ਦੀ ਹਿੱਕ ਪਾੜ ਦੇਈਦੀ ਆ ਵੈਰੀ ਵੱਢ ਕੇ ਸੌਂਦਾ ਆਹ ਕਰ ਦਈਦਾ ਕਚਹਿਰੀਆਂ 'ਚ ਮੇਲਾ ਲਾ ਛੱਡੀਦਾ ਇਹ ਗਾਣਾ ਦੱਸਣ ਦੇ ਵਿੱਚ ਸਮਰੱਥ ਆ ਇਹ ਗਾਣਾ ਦੱਸਦਾ ਵੀ ਉਦੋਂ ਹਾਲਾਤ ਕੀ ਬਣਦੇ ਘਰ ਦੇ ਜੇ ਕਿਤੇ ਕੇਸ ਚੱਲ ਪੈਣ ਸੈਣਾ ਜਿਨ੍ਹਾਂ ਦੇ ਚੱਲੀਆਂ ਜਾਂ ਜਿਨ੍ਹਾਂ ਨੇ ਚਲਾਈਆਂ ਉਹਨਾਂ ਨੂੰ ਪਤਾ ਬਿਲਕੁਲ ਗੱਲਾਂ ਕਰਦੇ ਆ ਜਿਹੜੇ ਸਾਡੇ ਛੋਟੇ ਭਰਾ ਨੇ
ਇਹਨਾਂ ਨੂੰ ਜੇ ਪ੍ਰੈਕਟੀਕਲ ਦਾ ਨਹੀਂ ਪਤਾ ਇਹ ਕਿ ਕਿੰਨਾ ਔਖਾ ਕੰਮ ਹੈ। ਜਿਨ੍ਹਾਂ ਤੇ ਬੀਤਦੀ ਆ ਉਹੀ ਉਹਨਾਂ ਨੂੰ ਪਰਿਵਾਰ ਪਤਾ, ਘਰ ਉੱਜੜ ਜਾਂਦੇ ਪੈਣ ਜੀ, ਬੁਰਾ ਹਾਲ ਹੋ ਜਾਂਦਾ। ਮੈਂ ਵੱਡੇ ਜਿਹੜੇ ਵੱਡੇ ਖੱਬੀ ਖਾਂ ਆ, ਉਹ ਜਿਹੜੀ ਲੇਡੀਜ਼ ਜਿਹੜੀ ਕਦੀ ਘਰੋਂ ਬਾਹਰ ਨਹੀਂ ਸੀ ਨਿਕਲੀਆਂ, ਉਹ ਤਰੀਕਾਂ ਜਾ ਕੇ ਉਹ ਧੱਕੇ ਖਾਂਦੀਆਂ ਦੇਖੀਆਂ ਨੇ। ਉੱਥੇ ਮੁਲਾਜ਼ਮ ਜਾਂ ਉਹਨਾਂ ਦੀ ਕੋ ਅਸਿਸਟੈਂਟ ਢੋਲਦੀ ਫਿਰਦੀ ਆ, ਹਾਲਾਂਕਿ ਕਹਿੰਦਾ ਮੈਂ ਅਣਖ ਆ 2 ਮਿੰਟ ਦੀ ਅਣਖ ਕਰਕੇ ਬਾਕੀ ਅਣਖ ਜਿਹੜੀ ਰੋਜ਼ ਰੋਲਦੀ ਉਹਨੂੰ ਕੌਣ ਦੇਖਦਾ? ਬਹੁਤ ਕੌਣ ਦੇਖਦਾ? ਕਮਾਲ ਕਰਦੇ। ਅਸੀਂ ਕਈ ਵਾਰ ਬੋਲਦੇ ਨਹੀਂਗੇ, ਅਬਜ਼ਰਵ ਕਰਦੇ, ਅਸੀਂ ਸਮਾਜ ਨੂੰ ਅਬਜ਼ਰਵ ਕਰਦੇ ਹਾਂ। ਕਿਉਂਕਿ ਕਈ ਸਾਲ ਜੇ ਅਸੀਂ ਗੱਲ ਕਰਾਂਗੇ ਕਈ ਨੂੰ ਦੁਖਦੀ ਆ, ਸੱਚ ਦੁੱਖ, ਪਰ ਸਾਨੂੰ ਆਪਣੇ ਆਪ ਮਹਿਸੂਸ ਹੁੰਦਾ। ਕਿਉਂਕਿ ਕੋਈ ਜਿਹੜਾ ਇੰਟੈਲੈਕਚੁਅਲ ਬੰਦਾ ਜਾਂ ਜਿਹੜਾ ਬੁੱਧੀਵਾਨ ਆ, ਉਹ ਸੋਚਦਾ ਵੀ ਸੁੱਖ ਸ਼ਾਂਤੀ ਚਾਹੀਦੀ ਆ। ਆਪਾਂ ਇਹਨਾਂ ਗੱਲਾਂ 'ਚ ਕੁਝ ਨਹੀਂ ਪਿਆ। 2 ਮਿੰਟ ਦੀਆਂ ਟੌਰਾਂ, 2 ਮਿੰਟ ਦੀਆਂ ਆਕੜਾਂ, ਸੱਤਿਆ ਲਾਈਫ ਦੀ ਸੱਤਿਆ। ਇਹ ਜ਼ਿੰਦਗੀ ਰੋਜ਼ ਥੋੜਾ ਹੋਣੀ ਹੈ ਜੀ। ਇਹ ਜ਼ਿੰਦਗੀ ਥਾਣਿਆਂ ਕਚਹਿਰੀਆਂ ਲੜਾਈਆਂ ਵਾਸਤੇ ਥੋੜਾ ਵਾ, ਇਹ ਜ਼ਿੰਦਗੀ ਹੋਰ ਮਕਸਦ ਵਾਸਤੇ। ਤੁਸੀਂ ਦੁਗਾਣਾ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮਣਾ ਖੱਟਿਆ। ਇੱਕ ਦਹਾਕਾ ਤੁਸੀਂ ਤੇ ਪਰਮਿੰਦਰ ਸੰਧੂ ਦਾ ਰੱਜ ਕੇ ਗਾਇਆ। ਪਰਮਿੰਦਰ ਸੰਧੂ ਨੇ ਤੁਹਾਨੂੰ ਲੱਭਿਆ ਜਾਂ ਤੁਸੀਂ ਉਹਨਾਂ ਨੂੰ ਲੱਭਿਆ? ਇਹ ਲੱਭਣ ਦੀ ਕਹਾਣੀ ਕਿਵੇਂ ਸੀਗੀ? ਕੋਈ ਨਹੀਂ ਲੱਭਿਆ। ਮੈਂ ਜਦੋਂ ਮੇਰਾ ਵਧੀਆ ਕੰਮ ਚੱਲਦਾ ਸੀ, ਉਹਨਾਂ ਦਦਾਰ ਸੰਧੂ ਨੂੰ ਸੈੱਟ ਟੁੱਟਿਆ ਸੀ, ਉਹਦਾ ਫਾਦਰ ਨੇ ਮੈਨੂੰ ਅਪਰੋਚ ਕੀਤਾ ਵੀ ਸਾਡੇ ਨਾਲ ਪ੍ਰੋਗਰਾਮ ਚੱਲ ਜਾ। ਮੈਂ ਸ਼ੁਗਲ 'ਚ ਵੀ ਚੱਲ, ਮੈਨੂੰ ਇਹ ਸੀ ਲਾਲਚ ਵੀ ਬੱਸ ਚੜ੍ਹ ਕੇ ਜਾਂਦੇ ਆ, ਕਾਰ 'ਤੇ ਬਹਿ ਕੇ ਜਾਇਆ ਕਰਾਂਗੇ। ਵੀ ਹੋਰ ਮੈਨੂੰ ਕੋਈ ਨਹੀਂ ਸੀ ਵੀ ਸੈੱਟ ਬਣਾਉਣਾ। ਮੈਂ ਤਾਂ ਲਾਲਸਾ 'ਚ ਹੈ ਨਹੀਂ ਸੀ ਵੀ ਮੈਂ ਪ੍ਰੋਫੈਸ਼ਨਲ ਸਿੰਗਰ ਬਣਨਾ। ਮੈਨੂੰ ਸੀ ਵੀ ਨੌਕਰੀ ਮਿਲ ਗਈ ਆ, ਕੰਮ ਚੱਲਦਾ, ਤਨਖਾਹ ਮਿਲਣ ਲੱਗੀ ਆ, ਹੈ ਤੇ ਉਹ ਰੋਟੀ ਜੋਗਾ ਕੰਮ ਹੋ ਗਿਆ ਵਾ, ਤੇ ਗੀਤ ਲਿਖਿਆ ਕਰਾਂਗੇ। ਉਹ ਜਦੋਂ ਮੈਂ ਉਹ ਪੈਸਾ ਕਿਹਨੂੰ ਮਾੜਾ ਵਾ, ਜਦੋਂ ਮੈਂ ਇੱਧਰ ਆਇਆ ਤੇ ਉਹ ਕੰਮ ਸਾਡਾ ਇੱਕਦਮ ਚੱਲ ਪਿਆ। ਕੰਮ ਚੱਲਿਆ, ਪ੍ਰੋਗਰਾਮ ਆਉਣ ਲੱਗੇ। ਇੱਕ ਮੈਨੂੰ ਕੁਦਰਤੀ ਮੇਰਾ ਡਿਪਾਰਟਮੈਂਟ ਐਸਾ ਮਿਲਿਆ ਵੀ ਮੈਨੂੰ ਕਦੀ ਉਹਨਾਂ ਬੰਦਿਸ਼ ਲਾਈ ਨਹੀਂ ਵੀ ਰੋਜ਼ ਤੁਸੀਂ ਇੰਨੇ ਤੋਂ ਇੰਨੇ ਵਜੇ ਡਿਊਟੀ 'ਤੇ ਆਉਣਾ। ਜੇ ਮੈਂ ਚਲੇ ਗਿਆ ਤਾਂ ਵੀ ਕੋਈ, ਨਹੀਂ ਚਲੇ ਗਿਆ ਤਾਂ ਵੀ ਚਲੇ ਗਿਆ। ਮੈਨੂੰ ਜਿਹੜੀ ਮੈਂ FC ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਸਾਰੇ ਮੁਲਾਜ਼ਮਾਂ ਦਾ, ਸਾਰੇ ਅਫਸਰਾਂ ਦਾ ਸ਼ੁਕਰਗੁਜ਼ਾਰ ਆ ਵੀ ਮੈਨੂੰ ਇੱਕ ਦਿਨ ਵੀ ਉਹਨਾਂ ਨੇ, ਮੈਂ 15-15 20 ਦਿਨ ਵੀ ਡਿਊਟੀ 'ਤੇ ਨਹੀਂ ਗਿਆ, ਉਹਨਾਂ ਕੁਝ ਨਹੀਂ ਕਿਹਾ ਮੈਨੂੰ। ਕਦੀ ਮੈਨੂੰ ਪਰੇਸ਼ਾਨ ਨਹੀਂ ਕੀਤਾ, ਕਿਸੇ ਨੇ ਮੇਰੀ ਛੱਡ ਨਹੀਂ ਕੀਤੀ। ਸਗੋਂ ਕਈ ਜਿਹੜੇ ਹੁੰਦੇ ਸੀ ਉਹ ਉਹਨਾਂ ਜਿੰਨਾ ਆਉਣਾ ਉਹਨੂੰ ਮੀਮੂ ਦੇ ਦੇਣੇ, ਉਹਨਾਂ ਨੂੰ ਰੁਕਣਾ, ਉਹਨਾਂ ਕਹਿਣਾ ਉਹਨੂੰ ਨਹੀਂ ਕੋਈ ਪੁੱਛਦਾ। ਮੈਂ ਕਿਹਾ ਤੁਸੀਂ ਆਪਦੀ ਲੜਾਈ ਕਰੋ, ਮੈਨੂੰ ਕਿਉਂ ਵਿੱਚ ਇਨਵੋਲਵ ਕਰਦੇ? ਪਰਮਿੰਦਰ ਸੰਧੂ ਤੋਂ ਪਹਿਲਾਂ ਤੁਸੀਂ ਕਿਹਦੇ ਨਾਲ ਗਾਉਂਦੇ ਸੀ? ਮੈਂ ਕਿਸੇ ਨਾਲ, ਮੈਂ ਪਹਿਲਾ ਸੈੱਟ ਉੱਥੇ ਬਣਿਆ, ਪਹਿਲਾ ਸੈੱਟ ਬਣਿਆ, ਉਸ ਤੋਂ ਬਾਅਦ ਫਿਰ ਬਹੁਤ ਸੈੱਟ ਬਣੇ। ਪਰ ਜਦੋਂ ਪਹਿਲੀ ਵਾਰ ਉਹਨਾਂ ਦੇ ਨਾਲ ਸਟੇਜ ਸਾਂਝੀ ਕੀਤੀ, ਜਦੋਂ ਪਹਿਲੀ ਵਾਰ ਉਹਨਾਂ ਦੇ ਨਾਲ ਗਏ ਹੋ, ਉਹ ਤਜਰਬਾ ਫਿਰ ਕਿਹੋ ਜਿਹਾ ਸੀ? ਕੋਈ ਯਾਦ ਉਦੋਂ ਦੀ? ਅਸੀਂ ਨਾ ਸਟੇਜਾਂ ਕੁਝ ਸਾਰੇ ਕਲਾਕਾਰਾਂ ਨੂੰ ਮੈਂ ਸਾਰਿਆਂ ਨੂੰ ਜਾਣਨ ਲੱਗ ਗਿਆ ਜੀ, ਕਿਉਂਕਿ ਆਮ ਸਟੇਜਾਂ 'ਤੇ ਮੈਂ ਜਾਂਦਾ ਸੀ, ਉਹਦਾ ਕਰਕੇ ਜਾਂਦੇ। ਉਹ ਫਿਰ ਇੱਥੇ ਕਿਤੇ ਨੇੜੇ ਕੋਈ, ਉਹ ਐਕਚੁਅਲੀ ਮੇਰੇ ਜੇ ਦੋਸਤ ਕਾਲਜੋਂ, ਉਦੋਂ ਜਦੋਂ ਤੁਸੀਂ MA ਕਰਕੇ ਨਿਕਲਦੇ, ਤੁਹਾਡੇ ਨਾਲ ਦੇ ਵਿਆਹ ਬਹੁਤ ਹੋ ਰਹੇ ਹੁੰਦੇ ਆ, ਸਾਡੇ ਸਾਰੇ ਇਸ ਏਜ ਦੇ ਹੁੰਦੇ ਆ। ਤੇ ਮੈਂ ਲੁਧਿਆਣੇ ਗਵਰਨਮੈਂਟ ਕਾਲਜ ਸੀ, ਸਾਡੇ ਯੂਨੀਵਰਸਿਟੀ ਦੇ ਬਹੁਤ ਦੋਸਤ ਸੀ, ਇੰਜੀਨੀਅਰਿੰਗ ਕਾਲਜ ਦੇ ਬਹੁਤ ਦੋਸਤ ਸੀ, PAU ਵਾਲੇ ਬਹੁਤ ਦੋਸਤ ਸੀ, ਖਾਲਸਾ ਕਾਲਜ ਵਾਲੇ, ਸਾਰੇ ਕਾਲਜ ਜਾਣਦੇ ਸੀ। ਉਹ ਕਿਸੇ ਦਾ ਵੀ ਆਉਣਾ, ਸਦੀਲੇ ਨੂੰ ਬੁਲਾ ਲਓ, ਸਦੀਲੇ ਨੂੰ ਬੁਲਾ ਲਓ। ਇੱਕ ਹੁੰਦਾ ਸੀ ਵੀ ਸਾਡਾ ਦੋਸਤ ਆ, ਉਹਦੇ ਨਵੇਂ ਗੀਤ ਆ। ਇੱਕ ਉਦੋਂ ਮੈਂ ਕਾਲਜ, ਇੱਕ ਕੁੜੀ ਕੂੰਜ ਵਰਗੀ, ਮੇਰਾ ਗੀਤ ਬੜਾ ਸਾਨੂੰ ਰੋਗੀ ਜੇ ਕਰ ਗਈ, ਦਾਰੂ ਪੀਂਦੇ ਆ, ਰੱਬ ਵਾਂਗੂ ਨਾਲ ਲੈ ਕੇ ਜੱਟੀ ਦਾ, ਇਹ ਕਾਲਜ ਮੈਂ ਗਾਇਆ। ਤੇ ਉਹ ਸਾਰੇ ਕਾਲਜਾਂ ਦੇ ਮੁੰਡਿਆਂ ਨੇ ਗਾਇਆ ਉਸ ਵੇਲੇ, ਵੀ ਬਾਅਦ ਕੁਲਦੀਪ ਮਾਨਕ ਸਾਹਿਬ ਨੇ ਗਾਇਆ, ਬਹੁਤ ਗੀਤ ਚੱਲੇ ਆ। ਉਹਦਾ ਕਰਕੇ ਮੈਨੂੰ ਇਹਨਾਂ ਕਰਕੇ ਗੀਤਾਂ ਕਰਕੇ ਬੜੇ ਯਾਰ ਦੋਸਤ ਮੇਰੇ ਪਿਆਰ ਕਰਦੇ ਸੀ। ਤੇ ਉਹ ਸਾਡਾ ਤਾਂ ਬਿਨਾਂ ਰਿਕਾਰਡਿੰਗ ਤੋਂ ਕੰਮ ਚੱਲ ਗਿਆ ਸੀ। ਉਹ ਜਦੋਂ ਰਿਕਾਰਡਿੰਗ ਆਈ ਆ, ਜਿੰਨੇ ਲੋਕੀ ਉਦੋਂ ਕੰਮ ਕਰਦੇ, ਉਸ ਤੋਂ ਬਾਅਦ ਮੈਂ ਰਿਕਾਰਡਿੰਗ ਤੋਂ ਪਹਿਲਾਂ ਉਹਨੇ ਮੈਂ ਪ੍ਰੋਗਰਾਮ ਕਰਨ ਲੱਗ ਗਿਆ। ਮੈਨੂੰ ਜਾਣੀ ਇਸ ਲਾਈਨ ਨੇ ਤਾਂ ਮੈਨੂੰ ਬਹੁਤ ਵਰ ਦਿੱਤਾ। ਪਰ ਜਦੋਂ ਮੈਂ ਜਿਹੜੀ ਇਸ ਕਾਬਲ ਵੀ ਹੈ ਨਹੀਂ। ਪਰ ਜਦੋਂ ਕਿਸੇ ਨਵੀਂ ਕੁੜੀ ਦੇ ਨਾਲ ਗਾਉਣਾ ਹੋਵੇ, ਉਦੋਂ ਫਿਰ ਥੋੜਾ ਜਿਹਾ ਸਮਾਂ ਤਾਂ ਲੱਗ ਜਾਂਦਾ ਵੀ ਉਹ ਸੈਟਿੰਗ ਦੇ ਲਈ। ਨਹੀਂ, ਮੈਂ ਐਕਚੁਅਲੀ ਮੈਂ ਜਗਮੋਹਨ ਕੌਰ ਨਾਲ ਬਹੁਤ ਸਟੇਜ ਜਾਣਾ ਹੁੰਦਾ ਸੀ, ਤੇ ਜਗਮੋਹਨ ਕੌਰ ਮੈਨੂੰ ਹਰੇਕ ਸਟੇਜ ਤੇ ਆਪਦੇ ਨਾਲ ਗਾਉਂਦੀ ਹੁੰਦੀ ਸੀ। ਉਹ ਮੈਨੂੰ ਮਤਲਬ ਉਹ ਵਾਲਾ ਤਜਰਬਾ ਫਿਰ ਕੰਮ ਆਇਆ। ਉਹ ਮੈਨੂੰ ਪਤਾ ਸੀ, ਕਿਉਂਕਿ ਜਗਮੋਹਨ ਕੌਰ ਦੀ ਸਟੇਜ ਪੰਜਾਬ ਦੀ ਵੱਡੀ ਸਟੇਜ ਸੀ ਜੀ। ਉਹ ਜਿੰਨੇ ਪੰਜਾਬ ਦੀਆਂ ਹਾਈਐਸਟ ਫੈਮਿਲੀ ਸੀ, ਉਹਨਾਂ ਜਗਮੋਹਨ ਕੌਰ ਜਾਂਦੀ ਸੀ। ਇਹ ਉਦੋਂ ਟ੍ਰੈਂਡ ਸੀ ਵੀ ਇੱਕ ਜਿਹੜੇ ਕਲਾਕਾਰ ਨੇ ਉਹ ਜਾਂਦੇ ਆ ਪਿੰਡੂ ਲੋਕਾਂ 'ਚ, ਇੱਕ ਜਾਂਦੇ ਜੈਂਟਰੀ ਕਹਿੰਦੇ ਹੁੰਦੇ ਸੀ ਵੀ ਜਿਹੜੇ ਹਾਈ ਫਾਈ ਐਜੂਕੇਟਡ ਲੋਕ ਨੇ, ਉਹਨੂੰ ਕਹਿੰਦੇ ਜੈਂਟਰੀ ਦਾ ਪ੍ਰੋਗਰਾਮ। ਆਮ ਕਲਾਕਾਰ ਆਪਾਂ ਉੱਥੇ ਜਾਣਦੇ ਘਬਰਾਉਂਦੇ, ਜਿੱਥੇ ਟਾਈਆਂ ਟੂਈਆਂ ਵਾਲੇ ਬੈਠੇ ਆ, ਉੱਥੇ ਗਾਉਣ ਨੂੰ ਕਨਫਿਊਜ਼ ਹੁੰਦੇ ਸੀ। ਇਹ ਜਗਮੋਹਨ ਕੌਰ ਸੀ ਜਿਹਦੇ ਆਫਿਸਰਾਂ ਦੇ ਜਾਂ ਉਹਨੇ ਜਾਣਾ, ਉਹਨੂੰ ਸ਼ੇਰੋ ਸ਼ਾਇਰੀ ਬਹੁਤ ਹੁੰਦੀ ਸੀ। ਆ ਜਿਹੜੇ ਹੁਣ ਬੁੱਲੇ ਸ਼ਾਹ ਨੂੰ ਕਰਦੇ, ਬੁੱਲੇ ਸ਼ਾਹ ਜਿੰਨਾ ਹੁਣ ਗਾਉਂਦੇ ਉਹ ਚੌਕ 50 ਗੁਣਾ ਉੱਥੇ ਉਹ ਪਹਿਲਾਂ ਗਾਉਂਦੇ ਸੀ। ਬੁੱਲੇ ਸ਼ਾਹ ਦੇ ਸ਼ੇਰ ਉਹਨੂੰ ਇੰਨੇ ਆਉਂਦੇ ਸੀ, ਜਾਂ ਹੋਰ ਉਰਦੂ ਦੇ ਸ਼ਾਇਰਾਂ ਦੇ ਉਹਨਾਂ ਸੀ। मोहब्बत रंग ले आती है जब दिल से मिलता है, मुश्किल बड़ी है दिल मुश्किल से मिलता है, मुलाते को उसको खा के जो तुमसे मिलता है, मेरी जान चाहने वाला बड़ी मुश्किल से मिलता है। उन्हें ਇਹੋ ਜਿਹੇ ਸ਼ੇਰੋ ਸ਼ੇਰੀ ਇੰਨੀ ਕਰਨੀ, ਤੂੰ ਆਠਾ ਦੇਣਾ। ਤੇ ਮੈਂ ਉਹਦੇ ਨਾਲ ਘਰ ਪ੍ਰੋਫੈਸ਼ਨਲ ਤੌਰ ਤੇ ਉਹ ਜਿਵੇਂ ਬੱਚਾ ਨਾਲ ਲੈ ਜਾਣਾ, ਤੇ ਮੈਨੂੰ ਉਹਨੇ ਆਉਣ ਲੱਗੇ 20-50 ਰੁਪਏ ਦੇ ਦੇਣੇ। ਮੈਂ ਕਹਿਣਾ ਨਹੀਂ ਭੈਣ ਜੀ ਰਹਿਣ ਦਿਓ। ਉਹਨੇ ਕਹਿਣਾ ਨਹੀਂ ਕਾਕਾ ਲੈ ਜਾ। ਮੈਂ ਤਾਂ ਕਹਿਣਾ ਵੀ ਘੱਟ ਆ, ਉਹਨੇ ਕਹਿਣਾ ਕੋਈ ਨਾ ਕੋਈ ਲੈ ਜਾ।
ਕਿਉਂਕਿ ਉਹਨੂੰ ਪੈਸੇ ਬਹੁਤ ਹੁੰਦੇ ਸੀ ਜੀ। ਤੇ ਜਦੋਂ ਮੈਂ ਕਾਲਜ ਆਉਣਾ ਇਹਨੇ ਕਹਿਣਾ ਤੂੰ ਪ੍ਰੋਗਰਾਮ ਸਾਨੂੰ ਸਮੋਸੇ ਖਵਾ ਮੈਂ ਕਹਿਣਾ ਮੇਰੇ ਕੋਲ 50 ਉਹਨਾਂ ਬਾਕੀ ਤੋਂ ਲੁਕੋ ਲਏ ਆ ਮੈਂ ਕਹਿਣਾ ਨਹੀਂ ਮੇਰੇ ਕੋਲ ਯਾਰ ਇੰਨੇ ਆ ਉਹ ਕਹਿੰਦੇ ਬਾਕੀ ਦਿੰਦਾ 300 ਦਾ ਸਮਾਨ ਲਿਆ ਉਹਨਾਂ 250 ਦੀ ਮੈਨੂੰ ਕਰਜ਼ਾਈ ਕਰ ਦੇਣਾ ਉਧਰੋਂ ਤਾਂ ਮੈਂ ਕਮਾ ਕੇ ਲਿਆ ਉਧਰ ਮੈਂ ਕਰਜ਼ਾਈ ਹੋ ਜਾ ਕਰਨਾ ਫਿਰ ਮੈਂ ਕਿਹਾ ਯਾਰ ਮੈਂ ਤਾਂ ਆਮਦਨੀ ਠੰਨੀ ਤੇ ਖਰਚਾ ਰੁਪਈਆ ਹਾਂਜੀ ਉਹ ਧੱਕੇ ਨਾ ਕਰਾਉਂਦੇ ਸੀ ਉਹ ਕਹਿੰਦੇ ਤੂੰ ਲੁਕੋ ਲੈ ਪਏ ਮੈਂ ਕਿਹਾ ਯਾਰ ਮੇਰੀ ਤਲਾਸ਼ੀ ਲੈ ਲਓ ਜੀ 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 ਉਹ ਕਹਿੰਦੇ ਨਹੀਂ ਤੂੰ ਐਡੀ ਵੱਡੀ ਕਲਾਕਾਰ ਹੈ ਮੈਂ ਕੋਲ ਦਿੱਤੇ ਹੀ ਉਹਨੇ ਤੂੰ ਮੰਗਦਾ ਮੈਂ ਕਿਹਾ ਮੇਰੇ ਮੰਗਣ ਦੀ ਜ਼ਰੂਰਤ ਹੈ ਨਹੀਂ ਉਹਦੇ ਕੋਲ ਉਹਨੇ ਬੜੇ ਆਸਾਨ ਨਾਲ ਦਿੱਤੇ ਮੈਨੂੰ 50 ਰੁਪਏ ਤੁਸੀਂ 350 ਦਾ ਖਰਚਾ ਕਰੀ ਜਾਂਦੇ ਹੋ ਜੀ ਪਰ ਵੈਸੇ ਜੇ ਉੱਕੀ ਬੁੱਕੀ ਗਿਣਤੀ ਕਰਨੀ ਹੋਵੇ ਆਪਾਂ ਤਾਂ ਹੁਣ ਤੱਕ ਕਿੰਨੇ ਗੀਤ ਲਿਖੇ ਹੋਣਗੇ ਤੇ ਕਿੰਨੇ ਰਿਕਾਰਡ ਹੋਏ ਹੋਣਗੇ ਅਜੇ ਵੀ ਅਗਲਾ ਕਹਿੰਦਾ ਮੈਂ ਇੰਨੇ ਹਜ਼ਾਰ ਲਿਖਤੇ ਆ ਮਹੀਨੇ ਮੇਰੇ 300-400 ਗੀਤ ਮੇਰਾ ਰਿਕਾਰਡ ਹੋਇਆ ਜੀ ਤੇ ਲਿਖਿਆ 500 ਹੋਊਗਾ ਬਸ ਐ ਨਹੀਂ ਮੈਂ 10000 ਲਿਖਤੇ ਬਕਵਾਸ ਹੁੰਦੇ ਆ ਗੀਤ ਤੇ ਇੱਕ ਹੀ ਚਾਹੀਦਾ ਲਿਖਿਆ ਬਹੁਤ ਹੁੰਦਾ ਜੀ ਇੱਕ ਗੀਤ ਜਿਹੜਾ ਨਾ ਉਹ ਬੰਦੇ ਦੀ ਪਹਿਚਾਣ ਬਣਾਉਂਦਾ ਕਿਉਂਕਿ ਗੀਤ ਇੱਕ ਚੱਲਿਆ ਹੀ ਰੋਟੀਆਂ ਦੇ ਦਿੰਦਾ ਉਹ ਮਲਕੀਤ ਦਾ ਤੂੰ ਚੱਲੀਆਂ ਉਹਦੇ ਸਿਰ ਤੇ ਚੱਲੀ ਜਾਂਦਾ ਬਿਲਕੁਲ ਸਹੀ ਉਹ ਸਤਿੰਦਰ ਸਰਤਾਜ ਸਾਈਂ ਉਸ ਤੋਂ ਬਾਅਦ ਕ੍ਰਾਸ ਤੱਕ ਕੀਤਾ ਨਹੀਂ ਗਵਾ ਗੀਤ ਹੋਈ ਜਾਂਦੇ ਇੱਕ ਗੀਤ ਹੀ ਬਹੁਤ ਹੁੰਦਾ ਮਾਨਕ ਸਾਹਿਬ ਐਡਾ ਵੱਡਾ ਤੇਰੇ ਟਿੱਲੇ ਤੋਂ ਸੂਰ ਦਿੰਦੀ ਉਹਨੇ ਬੰਬ ਬੁਲਾਤੇ ਜੀ ਹਨਾ ਇਹ ਕਰਕੇ ਗੀਤ ਜਿਹੜੇ ਥੋੜੇ ਹੁਣ ਚੱਜ ਦੇ ਹੋਣ ਮੁੰਡਾ ਇੱਕ ਹੀ ਹੋਵੇ ਚਾਹੀਦਾ ਵਾ ਆਈਐਸ ਹੋਵੇ ਬਾਕੀ ਕੀ ਕਰਾਉਣੇ ਆ ਜੀ ਹਨਾ ਜੀ ਬਾਈ ਜੀ ਮੈਂ ਨਾ ਤੁਹਾਡਾ ਗਾਣਾ ਸੁਣਿਆ ਵੀ ਕਾਲਾ ਰੰਗ ਪੰਜ ਰੱਤੀਆਂ ਮੈਨੂੰ ਤਾਂ ਬੜਾ ਵਧੀਆ ਲੱਗਾ ਤੁਸੀਂ ਗੋਰੇ ਤੇ ਕਾਲੇ ਦੀ ਜਿਹੜੀ ਤੁਲਨਾਤਮਕ ਅਧਿਐਨ ਕੀਤਾ ਬੜਾ ਜਾਣ ਦਿਓ ਫਿਰ ਮੈਂ ਹੋ ਤੁਸੀਂ ਕਾਲੇ ਰੰਗ ਦੇ ਕਿਉਂ ਮਗਰ ਪਏ ਹੋਏ ਹੋ ਮੈਂ ਤਾਂ ਆਪਦੀ ਗੱਲ ਕਰਦਾ ਤੁਸੀਂ ਮੇਰੀ ਕਰਦੇ ਹੋ ਸੱਚੀ ਤੁਸੀਂ ਚਲੋ ਤੇ ਆਪਾਂ ਇੱਕੋ ਰਾਤ ਦੇ ਮੋਢੇ ਤੇ ਚਲਾਉਣੇ ਮਾਰਦੇ ਮੇਰੇ ਹੋ ਨਹੀਂ ਮੁੰਡਾ ਦੋਰਾ ਇੱਕ ਮੇਰੀ ਆ ਮੰਨਿਓ ਮੈਂ ਸੱਚੀ ਮੁੱਚੀ ਇਦਾਂ ਦੀ ਮੇਰੀ ਭਾਵਨਾ ਨਹੀਂਗੀ ਪਰ ਤੁਸੀਂ ਜੋੜਤੀ ਉਹ ਗੱਲ ਰੰਗ ਕੋਈ ਮਾਇਨੇ ਨਹੀਂ ਰੱਖਦਾ ਬੰਦੇ ਦਾ ਕੰਮ ਮਾਇਨੇ ਮੈਂ ਕਦੇ ਮੇਕਅਪ ਨਹੀਂ ਕੀਤਾ ਜੀ ਨਹੀਂ ਤੁਸੀਂ ਹੌਸਲਾ ਦਿੱਤਾ ਸ਼ੁਕਰੀਆ ਨਹੀਂ ਇਹ ਪਰ ਸੱਚੀ ਗੱਲ ਐਕਚੁਅਲੀ ਹੈ ਜੀ ਜੇ ਰੰਗ ਕੱਲਾ ਗੋਰਾ ਹੋਏ ਤੇ ਕੰਮ ਕੋਈ ਐਕਚੁਅਲੀ ਨਾ ਹੈ ਹੋਏ ਫਾਇਦਾ ਤੁਸੀਂ ਸ਼ਾਬਾਸ਼ ਦਿੱਤੀ ਹੈ ਸ਼ੁਕਰੀਆ ਬੜਾ ਜਾਣ ਦਿਓ ਫਿਰ ਮੈਂ ਹੋਰ ਨਹੀਂ ਇਹੀ ਸੁਣਨਾ ਇੱਕ ਹੋਰ ਮੇਰਾ ਗੀਤ ਹੈ ਚਲੋ ਕੋਈ ਗੱਲ ਨਹੀਂ ਸੁਣਾ ਦਿਓ ਉਹ ਵੀ ਦਗਾਣੇ ਸੀ ਮੁੰਡਾ ਦੇਖਿਆ ਡੈਡੀ ਨੇ ਕੱਲ ਅਜੇ ਕਰਦੀ ਸੀ ਮੰਮੀ ਗੱਲ ਅਜੇ ਕੁਝ ਮਾਮੂਲ ਸ਼ੱਕੀਆ ਨਾ ਛੇੜੋ ਮੈਨੂੰ ਕੁੜੀਓ ਨੇ ਗੱਲ ਅਜੇ ਕੱਚੀ ਪੱਕੀਆ ਕੱਲ ਘਰ ਵਿਚੋਲਾ ਆਇਆ ਸੀ ਉਹਨੇ ਵਧੀਆ ਚੱਕਰ ਚਲਾਇਆ ਸੀ ਗੱਲ ਮਾਮੇ ਦਸ ਮਾਮੇ ਪਾਈਆ ਕੁੜੀ ਕਸ਼ਮੀਰੀ ਲੋਈ ਵਰਗੀ ਕਹਿਣ ਤਬਾਈਆ ਕੁੜੀ ਕਸ਼ਮੀਰੀ ਲੋਈ ਵਰਗੀ ਕਹਿਣ ਤਬਾਈਆ ਇੱਕ ਪੱਕੀ ਨੌਕਰੀ ਉਤੋਂ ਵੀ ਨੋਟ ਕਮਾਉਂਦਾ ਨਹੀਂ ਉਹ ਪਰਦਾ ਟੇਪਾਂ ਟੀਵੀ ਤੇ ਵੀ ਗਾਉਂਦਾ ਨਹੀਂ ਥੋੜਾ ਰੰਗ ਦਾ ਸੰਦੀਲਾ ਕਾਲਾ ਨਹੀਂ ਉਹਨੂੰ ਕਹਿਣ ਤਾਂਦਰੇ ਵਾਲਾ ਨਹੀਂ ਉਂਝ ਕਹਿੰਦੇ ਲੱਕੀਆ ਵਾਹ ਵਾਹ ਨਾ ਛੇੜੋ ਮੈਨੂੰ ਕੁੜੀਓ ਨੇ ਗੱਲ ਅਜੇ ਕੱਚੀ ਪੱਕੀ ਵਾਹ ਬਾਈ ਪੰਸੇਰੀ 5 ਕਿਲੋ ਨੇ ਕਹਿੰਦੇ ਆ ਨਾ ਮੈਂ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ ਜੀ ਬਿਲਕੁਲ ਕਾਲਾ ਰੰਗ ਪੰਜ ਰੱਤੀ ਫਿਰ ਉੱਥੇ ਅੜ ਗਈ ਥੋੜੀ ਸੂਈ ਅੜ ਗਈ ਗੋਰੇ ਰੰਗ ਨੂੰ ਪੰਸੇਰੀ ਕੁਛ ਇਦਾਂ ਸੀ ਕੋਈ ਗੱਲ ਨਹੀਂ ਮੇਰੀ ਗਾਨੀ ਏ ਮਸਤਾਨੀ ਏ ਮੇਰਾ ਲਹਿੰਗਾ ਏ ਕੀ ਕਹਿੰਦਾ ਏ ਮੇਰਾ ਲਹਿੰਗਾ ਏ ਨੀ ਕੀ ਕਹਿੰਦਾ ਏ ਮੈਂ ਪੁੰਨਿਆ ਦੇ ਚੰਨ ਵਰਗੀ ਮੈਂ ਪੁੰਨਿਆ ਦੇ ਚੰਨ ਵਰਗੀ ਤੇਰਾ ਰੰਗ ਜਿਵੇਂ ਰਾਤ ਹਨੇਰੀ ਨੀ ਕਾਲਾ ਰੰਗ ਵਿਖੇ ਰਤੀਆਂ ਗੋਰੇ ਰੰਗ ਦੀ ਵਿਕੇ ਪੰਸੇਰੀ ਨੀ ਕਾਲਾ ਰੰਗ ਵਿਖੇ ਰਤੀਆਂ ਗੋਰੇ ਰੰਗ ਦੀ ਵਿਕੇ ਪੰਸੇਰੀ ਕੁੜੀਆਂ ਮੈਨੂੰ ਛੇੜਦੀਆਂ ਤੇਰਾ ਬਹੁਤ ਸੰਦੀਲਾ ਕਾਲਾ ਇੱਕ ਕਹਿੰਦੀ ਚਲੋ ਜਾਣ ਦਿਓ ਇਹਦਾ ਕਾਨ ਗੋਪੀਆਂ ਵਾਲਾ ਇੱਕ ਕਹਿੰਦੀ ਉਹਨੂੰ ਜਾਣ ਦਿਓ ਇਹਦਾ ਕਾਨ ਗੋਪੀਆਂ ਵਾਲਾ ਭੱਜ ਆਈ ਮੈਂ ਲੈ ਮੂੰਹ ਚੁੰਨੀ ਭੱਜ ਆਈ ਮੈਂ ਲੈ ਮੂੰਹ ਚੁੰਨੀ ਕੀਤੀ ਉਹਨਾਂ ਬਤੇਰੀ ਨਿਕਾਲਾ ਰੰਗ ਵਿਕੇ ਰਤੀਆਂ ਗੋਰੇ ਰੰਗ ਦੀ ਵਿਕੇ ਪੰਸੇਰੀ ਮੈਂ ਪੁੰਨਿਆਂ ਦੇ ਚੰਨ ਵਰਗੀ ਤੇਰਾ ਰੰਗ ਜਿਵੇਂ ਰਾਤ ਹਨੇਰੀ ਕੀ ਬਾਤ ਹੈ ਕਮਾਲ ਕਰ ਦਿੱਤੀ ਬਾਈ ਜੀ ਸੱਚੀ ਮੁੱਚੀ ਇਹਦੇ ਵਿੱਚ ਕਲਾਤਮਕਤਾ ਬਹੁਤ ਆ ਵੀ ਭਾਈ ਮੂੰਹ ਤੇ ਚੁੰਨੀ ਲੈ ਕੇ ਤੇ ਇਹ ਸਾਰੀ ਜਿਹੜੀ ਕਹਾਣੀ ਆ ਨਾ ਇਹ ਜਿਹੜੀ ਸਾਡੇ ਪੁਰਾਣੇ ਵੇਲੇ ਦੀ ਪੰਜਾਬ ਦੇ ਪਿੰਡਾਂ ਦੀ ਗੱਲ ਆ ਉਹ ਅੱਜ ਨਹੀਂ ਦਿਸਦੀਗੀ ਨਹੀਂ ਐਕਚੁਅਲੀ ਨਾ ਜਿਹੜਾ ਕੋਈ ਵੀ ਚੀਜ਼
ਐਕਸਪੀਰੀਅੰਸ ਨਾਲ ਤਜਰਬੇ ਨਾਲ ਆਉਂਦਾ। ਜਿਹੜੇ ਮੇਰੇ ਤੋਂ ਸੀਨੀਅਰ ਗੀਤਕਾਰ ਸੀ ਮੈਂ ਉਹਨਾਂ ਦੇ ਗੀਤ ਬੜੇ ਗੌਰ ਨਾਲ ਸੁਣਦਾ ਰਿਹਾ ਤੇ ਉਹ ਕੀ ਲਿਖਣ ਦਾ ਵੱਲ ਕੀ ਆ, ਕੱਲਾ ਗੀਤ ਜੋੜ ਲੈਣੇ ਨਾਲੇ ਇਹ ਵਾਲੇ ਲਫ਼ਜ਼ ਅੱਜ ਦੀ ਗੀਤਕਾਰੀ ਚੋਂ ਗਾਇਬ ਨੇ, ਨਹੀਂ ਬਹੁਤ ਘੱਟ ਨੇ। ਇਹ ਭੈਣ ਜੀ ਇਹ ਮੈਂ ਫਿਰ ਕਹਿਣਾ ਹੁੰਦਾ ਵੀ ਮੇਰੀ ਕਿਸੇ ਨਾਲ ਰੰਜਿਸ਼ ਨਹੀਂ, ਕਿਸੇ ਨਾਲ ਮੇਰੀ ਈਰਖਾ ਨਹੀਂ, ਪਰ ਇਹ ਜਿਹੜੇ ਹਾਲਾਤ ਚੋਂ ਅਸੀਂ ਲੰਘੇ, ਜਿਹੜੇ ਅਸੀਂ ਆਪ ਤੋਂ ਸੀਨੀਅਰਾਂ ਦੀ ਇੱਜ਼ਤ ਕੀਤੀ, ਉਹਨੂੰ ਸੁਣਿਆ, ਇਹਨੇ ਸੁਣਦੇ ਨਹੀਂ ਕਿਸੇ। ਇਹਨੂੰ ਇੱਕ ਦਿਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਬਾਬੂ ਸਿੰਘ ਮਾਨ ਤੋਂ ਪਹਿਲਾਂ ਵੀ ਕੋਈ ਗੀਤਕਾਰ ਹੁੰਦਾ ਸੀ, ਦੀਪਕ ਜਤੋਈ ਕੌਣ ਸੀ, ਚਰਨ ਸਿੰਘ ਸਫਰੀ ਕੌਣ ਸੀ, ਜਾਂ ਹੋਰ ਵੱਡੇ ਵੱਡੇ ਸ਼ਾਇਰ ਕੌਣ ਹੋਏ, ਹਜ਼ਾਰਾ ਸਿੰਘ ਹੋਰ ਕਿਹੜੇ ਹੋਏ, ਇਹਨਾਂ ਤਾਂ ਅੱਜ ਤੱਕ ਦੇ ਰੱਖਦੇ ਆ। ਪਹਿਲਾਂ ਵੱਡਿਆਂ ਨੂੰ ਪੜ੍ਹੋ ਵੀ ਸਹੀ, ਸ਼ਾਇਰ ਲੁਧਿਆਣਵੀ ਵਰਗੇ ਲੋਕਾਂ ਨੂੰ, ਜਾਨੇ ਸਰ ਅਖਤਰ ਵਰਗਿਆਂ ਨੂੰ ਸੁਣੋ, ਹੋਰ ਬਹੁਤ ਵੱਡੇ ਵੱਡੇ ਸ਼ਾਇਰ ਨੇ, ਉਹਨਾਂ ਦੀ ਐਸੀਆਂ ਗੱਲਾਂ ਨੇ। ਇੱਕ ਹੁਣ ਮਨਵਰ ਰਾਣੇ ਦਾ ਵਾ, ਕਹਿੰਦਾ ਮੰਜ਼ਿਲ ਨਜ਼ਦੀਕ ਸੀ ਮੇਰਾ ਪਾँव ਕੱਟ ਗਿਆ, मंजिल नज़दीक सी मेरा पाँव कट गया, जब रास्ते बड़े हुए तो मेरा गाँव कट गया। वाह वाह। वो जो तुम यह जी गल्लां सुनते हो थोड़े ऐटोमैटिकली सोचते हो भी मैं जो लिखता हूँ तो कोई म्यार तो होए ना। बिल्कुल सही है, मतलब म्यार तो है ना जी, पर जे उस राह जाओगे तो ही पता लगूगा। बिल्कुल जो वो कसे पुट्टे गीत सुनी जाने एक ना ठीक है भी जो गीत श्रृंगार या श्रृंगार रस है जिस च हुसन की गल होंदी है, पर ये अजकल जी शायरी कुड़ी मुंडे दे विचों निकलदी नहीं गई। सच वो तो गाँव भी बहुत गल्लां ने है ना, वो मोहब्बत का ही गम तो कोई तनहा नहीं, हम क्या करें, कल यही तनहाई तो नहीं, और बहुत चीज़ां तनहाई है। सैर साहब ने ਤੁਹਾਡਾ ਜਿਹੜਾ ਦੁਗਾਣਾ ਕਿ ਅੰਦਰ ਅਮਲੀ ਤੜਫ ਰਿਹਾ, ਉਹਦੇ ਵਿੱਚ ਤੁਸੀਂ ਨਸ਼ੇ ਦੇ ਝੰਬੇ ਇੱਕ ਵਿਅਕਤੀ ਦੀ ਗੱਲ ਕੀਤੀ ਹੈ ਵੀ ਕਿਵੇਂ ਉਹਦੀ ਧਰਮ ਪਤਨੀ ਜਾਂ ਜਿਹੜੀ ਉਹਦੀ ਸਾਥਣ ਆ ਵੀ ਉਹ ਕੀ ਕੁਛ ਉਹਦੇ ਅੰਦਰਲੇ ਬਲਬਲੇ ਹੈਗੇ ਆ। ਐਕਚੁਅਲੀ ਨਾ ਇਹ 85 ਸਾਡਾ ਰਿਕਾਰਡ ਆਇਆ ਸੀ। ਹਾਂ ਉਹ ਅਸਲੀਅਤ ਵਿੱਚ ਮੈਂ ਪਿੰਡ 'ਚ ਜਦੋਂ ਕਰਫਿਊ ਲੱਗਿਆ 84 ਵਾਲਾ, ਅੱਛਾ ਜੀ, ਉਦੋਂ ਹਾਲਾਤ ਹਰ ਚੀਜ਼ ਔਖੀ, ਬਾਕੀ ਦੇ ਕਹਿੰਦੇ ਆਟਾ ਵੀ ਕਿਨ ਮੰਗਿਆ ਦੇਤਾ, ਸਬਜ਼ੀ ਦਿੱਤੀ, ਅਮਲੀਆਂ ਨੂੰ ਬੜਾ ਔਖਾ ਹੋ ਗਿਆ ਕਿਉਂਕਿ ਸਾਰੀ ਮਿਲਟਰੀ ਲੱਗ ਗਈ ਸੀ, ਸਪਲਾਈ ਬੰਦ ਸੀ ਤੇ ਉਹ ਇਹ ਸਾਡੇ ਪਿੰਡ ਦੇ ਹਾਲਾਤ ਇੱਕ ਦੋ ਅਮਲੀਆਂ ਦਾ ਹਾਲਤ ਵੀ ਦੇਖੀ। ਮੈਂ ਸ਼ੁਗਲ 'ਚ ਗੀਤ ਲਿਖਿਆ ਸੀ, ਇਹ ਸ਼ੁਗਲ 'ਚ ਗੀਤ ਲਿਖ ਕੇ ਉਦੋਂ ਮੈਂ ਉੱਥੇ ਊਜਾ ਸਾਹਿਬ ਕੋਈ ਰਿਕਾਰਡ ਕੀਤਾ, ਊਜਾ ਸਾਹਿਬ ਨੇ ਇਹ 35 ਸਾਲ ਜਦੋਂ ਦੁਬਾਰਾ ਹੁਣ ਕਰਫਿਊ ਲੱਗਾ ਉਦੋਂ ਇੰਨਾ ਵਾਇਰਲ ਹੋਇਆ ਹੈ, ਉਦੋਂ ਮੈਂ ਕਿਹਾ 40-50 ਲੱਖ ਦਾ ਵਿਊਜ਼ ਹੋ ਗਏ। ਮੈਨੂੰ ਪੁੱਛਿਆ ਕਰਨ ਉਹ 'ਚ ਕਈ ਪੋਲੀਟੀਕਲ ਲੀਡਰਾਂ ਦੀਆਂ ਫੋਟੋ ਲਾਤੀ ਉਹਨਾਂ ਨੇ, ਵੱਡੇ ਵੱਡੇ ਲੋਕਾਂ ਨੇ। ਮੈਨੂੰ ਜਸਵਿੰਦਰ ਪਰ ਲਾ ਕੇ ਤੇਰੇ ਡਾਂਗਾ ਪੜ ਗਈਆਂ, ਮੈਂ ਕਿਹਾ ਮੇਰਾ ਕਸੂਰ ਹੀ ਕੋਈ ਨਹੀਂ। ਕਹਿੰਦਾ ਮੇਰਾ ਕਿਹੜਾ ਕਸੂਰ ਜਦੋਂ ਮੇਰੇ ਪਈਆਂ। ਉਹ ਸ਼ਬਾਈ ਨਹੀਂ ਬਟੇ ਮੈਂ ਤਾਂ ਮੈਨੂੰ ਡਰਾਉਣਾ ਯਾਰ, ਤੂੰ ਮੈਨੂੰ ਹੌਸਲਾ ਦੇ, ਮੈਂ ਤਾਂ ਛੋਟੇ ਵੀਰ ਤੂੰ ਮੈਨੂੰ ਡਰਾਈ ਜਾਂਦਾ। ਕਹਿੰਦਾ ਮੇਰਾ ਕਿਹੜਾ ਕਸੂਰ ਜਦੋਂ ਮੇਰੇ ਪਈਆਂ। ਇਹ ਵੀ ਪਰਮਿੰਦਰ ਸੰਧੂ ਤੇ ਤੁਸੀਂ ਗਾਇਆ ਸੀ ਨਾ? ਹਾਂਜੀ ਹਾਂਜੀ ਬਾਈ ਜੀ, ਇਹਦੇ ਬੋਲ ਆਉਣ ਦੇ ਥੋੜੇ, ਇਹ ਤੇ ਹੋਰ ਸੁਣਾਉਂਦਾ ਕੋਈ, ਇਹ ਮਾੜਾ ਇਹਦਾ ਕਿਉਂ ਮਗਰ ਪਿਆ ਉਹ ਫੇਰ ਨਹੀਂ ਪਤਾ ਲੱਗੇ ਨਾ ਵੀ ਦੇਖੋ ਤੁਹਾਡੀ ਇਹ ਕਿਆਸੀ ਖਿਆਲ ਉਡਾਰੀ ਇਹ ਵੀ ਆ ਵੀ ਅਮਲੀਆਂ ਦੇ ਬਾਰੇ। ਮੇਰੇ ਬਾਅਦ ਉਡਾਰੀ ਕਿਹੜਾ ਮੁੱਕ ਗਈ? ਨਹੀਂ ਉਹ ਵੀ ਕਰਦੇ ਆਪਾਂ ਗੱਲ, ਮਾੜਾ ਜਾਣ ਦਿਓ। ਚੱਲ ਸੁਣਾ ਦੇ। ਤੁਸੀਂ ਇੱਕ ਐਲਪੀ ਰਿਕਾਰਡ ਦੇ ਮਗਰ ਪਿਆ, ਮੇਰਾ ਹੋਰ ਬਹੁਤ ਕੁਝ ਗਾਇਆ, ਉਹ ਵੀ ਸੁਣਦੇ ਆ। ਇਹ ਤਾਂ ਇਹ ਬਾਤ ਤੁਸੀਂ ਇੱਕ ਐਲਪੀ ਤੇ ਖੜ ਗਏ ਗਾ, ਕੋਈ ਮੇਰਾ ਸੁਣਿਆ ਨਹੀਂ ਗਾ? ਨਹੀਂ ਸੁਣਦਾ, ਥੋੜੇ ਬਹੁਤ ਗੁੱਸਾ ਇਹਨਾਂ ਤੇ ਆਪਾਂ ਬਾਅਦ ਚ ਗੁੱਸਾ ਕਰਦੇ ਹਾਂ, ਹੁਣ ਤੁਸੀਂ ਗੀਤ ਸੁਣਾ ਦਿਓ। ਨੀ ਮੈਂ ਕਿੱਥੋਂ ਫੀਮ ਲਿਆਵਾਂ ਨੀ ਮੈਂ ਕਿੱਥੋਂ ਫੀਮ ਲਿਆਵਾਂ ਨੀ, ਮਰਦੀ ਦੀ ਜਾਨ ਬਚਾਵਾਂ ਨੀ, ਮਰਦੇ ਦੀ ਜਾਨ ਬਚਾਵਾਂ ਨੀ, ਮੇਰਾ ਸੀਨਾ ਧੜਕ ਰਿਹਾ ਬਾਹਰ ਲੱਗਿਆ ਕਰਫਿਊ ਨੀ, ਅੰਦਰ ਅਮਲੀ ਤੜਫ ਰਿਹਾ, ਅੱਜ ਜਿਹੜਾ ਨਸ਼ਾ ਖਵਾਊ ਨੀ, ਉਹ ਮੰਗੀਆਂ ਮੁਰਾਦਾਂ ਪਾਊ ਨੀ, ਮੰਗੀਆਂ ਮੁਰਾਦਾਂ ਪਾਊ ਨੀ, ਗਿਆ ਵਰਤ ਕੋਈ ਪਾਣਾ, ਹੁਣ ਬਿਨਾਂ ਸੇਵੀਆਂ ਤੋਂ ਮੇਰਾ ਗੁੱਗਾ ਪੂਜਿਆ ਨਹੀਂ ਜਾਣਾ, ਹੁਣ ਬਿਨਾਂ ਸੇਵੀਆਂ ਤੋਂ ਮੇਰਾ ਗੁੱਗਾ ਪੂਜਿਆ ਨਹੀਂ ਜਾਣਾ। ਲਾਸਟ ਨੂੰ ਕਿਤੇ ਖਵਾਉਂਦੀ ਆ, ਲਾਸਟ ਨੂੰ ਨੀ ਹੁਣ ਤੇਰਾ ਅਮਲੀ ਮਰਦਾ ਨਹੀਂ, ਹੁਣ ਖਾਲੀ ਨੋ ਨੇ, ਹੁਣ ਤੇਰਾ ਅਮਲੀ ਮਰਦਾ ਨਹੀਂ, ਜੇ ਮਰ ਗਿਆ ਛੇਤੀ ਸੜਦਾ ਨਹੀਂ, ਹੁਣ ਤੇਰਾ ਅਮਲੀ ਮਰਦਾ ਨਹੀਂ, ਜੇ ਮਰ ਗਿਆ ਛੇਤੀ ਸੜਦਾ ਨਹੀਂ, ਰਹਿ ਜਾਈ ਨਾ ਸੰਧੀਲਿਆ ਸੁੱਤਾ ਵੇ, ਮੇਰੀ ਹਾਏ ਸੱਸ ਦਿਆ ਪੁੱਤਾ ਵੇ, ਪਿੱਛੋਂ ਰੁਜੂਗਾ ਲਾਣਾ, ਨੀ ਹੁਣ ਬਿਨਾਂ ਸੇਵੀਆਂ ਤੋਂ ਮੇਰਾ ਗੁੱਗਾ ਪੂਜਿਆ ਨਹੀਂ ਜਾਣਾ, ਬਾਹਰ ਲੱਗਿਆ ਕਰਫਿਊ ਅੰਦਰ ਅਮਲੀ ਤੜਫ ਰਿਹਾ। ਵਾਹ ਵਾਹ ਭਾਈ ਜੀ, ਤੁਸੀਂ ਪਰਮਿੰਦਰ ਸੰਧੂ ਨਾਲ ਗਾਇਆ, ਸੁਸ਼ਮਾ ਹੋਰਾਂ ਨਾਲ ਗਾਇਆ, ਕੁਲਦੀਪ ਕੌਰ ਨਾਲ ਗਾਇਆ, ਹੋਰ ਬਹੁਤ ਸਾਰੀਆਂ ਗਾਇਕਾਵਾਂ ਦੇ ਨਾਲ ਗਾਇਆ, ਪਰ ਸਭ ਤੋਂ ਵੱਧ ਜਿਹਦੇ ਨਾਲ
ਆਪਾਂ ਕੀ ਕਹਿੰਦੇ ਟਿਊਨਿੰਗ ਜੀ, ਤਾਲਮੇਲ ਤੁਹਾਡੀ chemistry ਤੁਹਾਡੇ ਦਿਲੀ ਬੈਠੀ ਤੌਰ ਹੈ ਦੇ ਉੱਤੇ ਉਹ ਕਿਹਦੇ ਨਾਲ ਤੁਹਾਨੂੰ ਇਹ ਲੱਗਾ ਵੀ ਇਹਦੇ ਨਾਲ ਨਿੱਠ ਕੇ ਜਿਹੜਾ ਗਾਇਆ ਇਹ ਕਮਾਲ ਰਿਹਾ? ਨਹੀਂ ਦੇਖੋ, ਹਰ ਆਰਟਿਸਟ ਦੀ ਆਪਦੀ ਆਇਡੈਂਟੀਟੀ ਹੁੰਦੀ ਆ ਜੀ। ਕੋਈ ਵੀ ਆਰਟਿਸਟ ਮਾੜਾ ਨਹੀਂ ਹੁੰਦਾ। ਇਹ ਐਕਚੁਅਲੀ ਹੁੰਦਾ ਜਿਹਦੇ ਨਾਲ ਥੋੜਾ ਕੰਮ ਵਧੀਆ ਚੱਲ ਰਿਹਾ। ਮੇਰਾ ਵੀ ਇਹ ਮੇਰਾ ਕੰਮ ਸਾਰਿਆਂ ਨੂੰ ਵਧੀਆ ਚੱਲਿਆ। ਪਰ ਕਈ ਵਾਰ ਐ ਹੁੰਦਾ ਨਾ ਵੀ ਕੁਝ ਇੱਕ ਜਦੋਂ ਤੁਸੀਂ ਕਿਉਂਕਿ ਦੋ ਗਾਣਾ ਗਾ ਰਹੇ ਹੋ ਤਾਂ ਫਿਰ ਦੋਵਾਂ ਨੂੰ ਇੱਕ ਦੂਸਰੇ ਦੀ ਕਿ ਕਿੱਥੇ ਗਾਣਾ ਛੱਡਣਾ ਹੈ ਤੇ ਕਿੱਥੋਂ ਅਗਲੇ ਨੇ ਉਹ ਚੱਕਣਾ ਭੈਣ ਜੀ ਐ ਹੁੰਦਾ ਇਹ ਥੋੜਾ ਜਿਹਾ ਜਿਹੜੇ ਐਕਸਪੀਰੀਅੰਸ ਆਰਟਿਸਟ ਹੈ ਨਾ, ਜੀ, ਜੋ 10-15 ਪ੍ਰੋਗਰਾਮ ਆ ਜਾਂਦੇ ਫਿਰ ਉਹਨਾਂ ਨੂੰ ਸਭ ਕੁਝ ਸਮਝ ਜਾਂਦਾ। ਜਿਹੜੇ ਨਵੇਂ ਉਹ ਹੁੰਦੇ ਆ ਜਿਹਨਾਂ ਜਾਂ ਟੈਲੈਂਟ ਨਹੀਂ ਆ ਉਹ ਤੋਂ ਬਾਅਦ 10 ਸਾਲ ਗਾ ਲਓ ਉਹਨਾਂ ਨੂੰ ਉਹੀ ਬ੍ਰੇਕ ਲੱਗਣੀ ਆ। ਜਿਹੜੇ ਚੰਗੇ ਆਰਟਿਸਟ ਉਹ 10-15 ਦਿਨ ਦੇ ਵਿੱਚ ਕਾਇਮ ਹੋ ਜਾਂਦੇ ਆ। ਵੈਸੇ ਐਜ ਏ ਸਿੰਗਰ ਅਮਰਤਾਦੀਪ ਉਹ ਬੜੀ ਸੁਰੀਲੀ ਕਲਾਕਾਰ ਸੀ ਜੀ, ਰਾਜ ਦਾ ਬਹੁਤ ਵਧੀਆ ਸੀ, ਇੱਕ ਰਿੰਪੀ ਉਹ ਵੀ ਵਧੀਆ ਸੀ, ਹੋਰ ਕਈ ਕਲਾਕਾਰ ਕੁਲਦੀਪ ਕੌਰ ਵੀ ਹੰਡੀ ਹੋਈ ਆਰਟਿਸਟ ਸੀ, ਸਾਰੀਆਂ ਵਧੀਆ ਆਰਟਿਸਟ ਸੀ। ਤਕਰੀਬਨ ਸਟੇਜ ਦੀ ਪਰਫਾਰਮੈਂਸ ਸਾਰਿਆਂ ਦੀ ਵਧੀਆ ਸੀ ਕਿਉਂਕਿ ਜਦੋਂ ਤੁਸੀਂ ਕਮਰਸ਼ੀਅਲ ਬੰਦੇ ਹੋ ਤੁਸੀਂ ਪੈਸੇ ਲੈ ਕੇ ਗਾ ਰਹੇ ਹੋ। ਬਿਲਕੁਲ। ਜਿਹੜੇ ਬੰਦਾ ਤੁਹਾਨੂੰ ਸੱਦ ਰਿਹਾ ਉਹਨੇ ਤੁਹਾਨੂੰ ਪੈਸੇ ਦੇਣੇ ਆ, ਉਹਨੇ ਤੁਹਾਨੂੰ ਮੁਫਤ ਤੋਂ ਸੱਦਿਆ ਨਹੀਂਗਾ। ਤੁਹਾਡਾ ਇਹ ਹੁੰਦਾ ਵੀ ਜਿਹੜੇ ਮੈਂ ਬੰਦੇ ਕੋਲ ਪੈਸੇ ਲਿਆ ਇਹਦੇ ਪੈਸੇ ਦਾ ਮੈਂ ਮੁੱਲ ਮੋੜ ਦਵਾਂ। ਬਿਲਕੁਲ ਸਹੀ। ਜਿਹੜੇ ਪ੍ਰੋਫੈਸ਼ਨਲ ਬੰਦੇ ਨੇ ਉਹ ਜਿਹਦਾ ਕੰਮ ਚੱਲਦਾ ਉਹਨੂੰ ਤਾਂ ਹੀ ਅਗਲਾ ਸੱਦੂਗਾ ਵੀ ਜੇ ਉਹਦੀ ਤਸੱਲੀ ਹੋ ਗਈ ਆ, ਨਹੀਂ ਤਾਂ ਫਿਰ ਉਹ ਨਾਲ ਦੇ ਗਾਲਾਂ ਕੱਢੂ ਵੀ ਇਹਨੂੰ ਸਾਲੇ ਸੱਦਿਆ ਕਿੰਨੇ ਆ ਤੇ ਪੈਸੇ ਖਰਾਬ ਕਰ ਗਿਆ। ਤੇ ਅਸੀਂ ਇੱਕ ਜਗ੍ਹਾ 15 ਵੀ ਗਏ, ਇੱਕ ਉੱਥੇ ਜਸਰਾ ਹੋਰ ਪਿੰਡ ਆ ਅਜਨਾਲੇ ਕੋਲ ਬਾਰਡਰ ਦੇ ਨੇੜੇ, ਅਜਨਾਲੇ ਤੋਂ ਅੱਗੇ ਜਾ ਕੇ ਉਸ ਪਿੰਡ ਦੇ ਵਿੱਚ ਮੈਂ 7-10-15 ਵਾਰੀ ਗਿਆ ਮੇਲੇ ਤੇ। ਅੱਛਾ ਜੀ। ਉਸ ਪਿੰਡ ਦੇ 98 ਵਿੱਚ ਮੈਂ ਕਿਹਾ ਇੱਕ ਪੰਜਾਬ ਦੀ ਹਿਸਟਰੀ ਹੋਊਗੀ। ਮੇਰੇ ਤੋਂ ਬੜੇ ਸੀਨੀਅਰ ਬੜੇ ਸੁਰੀਲੇ ਕਲਾਕਾਰ ਨੇ ਸਵਰਨ ਜੀ। ਉੱਥੇ 21 ਪਿੰਡ ਦੀਆਂ ਪੰਚਾਇਤਾਂ ਨੇ ਸਨਮਾਨ ਪੱਤਰ ਲਿਖ ਕੇ ਉੱਤੇ ਮੋਹਰਾਂ ਲਾ ਕੇ ਆਪਦੇ ਸਾਈਨ ਕਰਕੇ 21 ਪਿੰਡ ਦੇ ਸਰਪੰਚਾਂ ਨੇ ਮੈਨੂੰ ਸਨਮਾਨ ਕੀਤਾ। ਵਾਹ ਵਾਹ, ਕੀ ਬਾਤ ਹੈ। ਇਹ ਇਦਾਂ ਇਹ ਸਭ ਤੋਂ ਵੱਡੀ ਹੈ ਵੀ ਇਹ ਮੇਰਾ ਕੋਈ ਪਲਾਨ ਨਹੀਂ ਸੀ, ਮੈਨੂੰ ਕੋਈ ਨਹੀਂ ਸੀ ਪਤਾ। ਆਮ ਜਿਹੜੇ ਹੁੰਦੇ ਸਨਮਾਨ ਉਹਦੇ ਪਲੈਨਿੰਗ ਕੀਤੀ ਜਾਂਦੀ ਹੈ ਜਾਂ ਕਿਹਾ ਜਾਂਦਾ ਯਾਰ ਮੇਰਾ ਆਹ ਕਰੋ ਮੇਰਾ। ਮੈਂ ਕਿਸੇ ਨੂੰ ਨਹੀਂ ਕਿਹਾ। ਉੱਥੇ ਰਾਮ ਸ਼ਰਨ ਇੱਕ ਬੰਦਾ ਮੈਨੂੰ ਯਾਦ ਹੈ ਉਹ ਹੁੰਦਾ ਸੀ, ਉਹਨੇ ਜਦੋਂ ਮੈਂ ਉੱਥੇ ਪਹੁੰਚਿਆ ਮੈਨੂੰ ਕਹਿੰਦਾ ਵੀ ਤੁਹਾਡਾ ਸਨਮਾਨ ਕਰਨਾ। ਮੈਂ ਕਿਹਾ ਕਿਵੇਂ ਹੋ ਗਿਆ? ਕਹਿੰਦੇ ਸਾਡੇ ਇਲਾਕੇ 'ਚ ਹੋਇਆ ਵੀ ਉਹ ਇੰਨੀ ਵਾਰੀ ਆਇਆ ਵੀ ਇੰਨਾ ਵਧੀਆ ਪ੍ਰੋਗਰਾਮ ਕਰਕੇ ਜਾਂਦਾ। ਉਹ ਮੇਰੇ ਕੋਲ ਸਾਂਭਿਆ ਪਿਆ, ਮੈਂ ਉਹ ਉਸ ਤੋਂ ਵੱਡਾ ਅਵਾਰਡ ਸ਼ਾਇਦ ਮੈਂ ਕਿਹਾ ਮੈਂ ਜੇ ਮੈਨੂੰ ਹੋਰ ਕੋਈ ਪਲਾਨ ਕਰਕੇ ਵੀ ਆਵੇ ਤੇ ਐਸਾ ਵੱਡਾ ਨਹੀਂ ਹੋਣਾ। ਮੈਂ ਕਿਹਾ ਉਹ ਮੇਰੇ ਕੋਲ ਬਕਾਇਦਾ ਸਾਈਨ ਕੀਤੇ ਹੋਏ 21 ਪਿੰਡ ਦੇ ਸਰਪੰਚਾਂ ਦੇ ਮੋਹਰਾਂ ਲੱਗ ਕੇ ਮੇਰੇ ਕੋਲ ਹੈਗੇ ਨੇ। ਮੈਂ ਇੱਕ ਵਾਰੀ ਹੋਇਆ ਵੀ ਮੈਂ ਬਹੁਤਾ ਕਦੀ ਭੱਜ ਨੱਠ ਨਹੀਂ ਕੀਤੀ, ਬਹੁਤ ਇੰਟਰਵਿਊ ਮਗਰ ਜਾਂ ਹੋਰ ਕਿਤੇ ਗਿਆ ਨਾ, ਮੈਂ ਆਪਦਾ ਕੰਮ 'ਚ ਤੇ ਆਪਦੇ ਘਰ 'ਚ ਰਹਿਣਾ। ਕਈ ਹੁੰਦਾ ਵੀ ਮੀਡੀਆ 'ਚ ਬਹੁਤ ਲੋਕ ਆਰਟਿਸਟ ਨੂੰ ਆਦਤ ਆ ਮਾੜੀ ਗੱਲ ਤੇ ਪਾਉਣਾ। ਮੈਨੂੰ ਫੇਸਬੁੱਕ ਚਲਾਉਣੀ ਨਹੀਂ ਆਉਂਦੀ, ਮੈਨੂੰ ਹੋਰ ਕੁਝ ਨਹੀਂ ਆਉਂਦਾ। ਮੈਂ ਪੜ੍ਹਿਆ ਲਿਖਿਆ ਅਨਪੜ੍ਹਿਆ, ਮੈਨੂੰ ਕੁਝ ਨਹੀਂ ਆਉਂਦਾ। ਮੈਂ ਸਿਰਫ ਆਪਦਾ ਗੀਤ ਗੂਤ ਸੁਣੇ ਜਾਂ ਮਾੜਾ ਮੋਟਾ ਕੀਤਾ ਤਾਂ WhatsApp ਤੇ ਕਿਸੇ ਨੂੰ ਭੇਜ ਦਿੱਤਾ, ਇੰਨੀ ਜੋ ਗਈ ਮੈਂ। ਸੰਦੀਲਾ ਸਾਹਿਬ ਤੁਹਾਡੀਆਂ ਨਾ ਗੱਲਾਂ ਸੁਣ ਕੇ ਇਉਂ ਲੱਗਦਾ ਵੀ ਅਸੀਂ ਉਸ ਦੌਰ ਦੇ ਵਿੱਚ ਨਾਲ ਫਿਰਦੇ ਹਾਂ ਜੀ। ਇਉਂ ਲੱਗਦਾ ਵੀ ਉਸੇ ਕਾਰ ਦੇ ਵਿੱਚ ਜਿੱਥੇ ਤੁਸੀਂ ਖਾੜਾ ਲਾਉਣ ਚੱਲੇ ਨਾਲ ਜਾਂਦੇ ਆ, ਉਹ ਮੂਹਰੇ ਬੈਠ ਕੇ ਸੁਣ ਰਹੇ ਆ, ਰਿਕਾਰਡਿੰਗਾਂ ਤੇ ਨਾਲ ਚੱਲੇ ਆ। ਜਦੋਂ AC ਵੀ ਨਹੀਂ ਹੁੰਦਾ ਸੀ ਤੇ ਮੁੜਕੀ ਬੰਦਾ ਹੋ ਜਾਂਦਾ ਸੀ ਰਿਕਾਰਡਿੰਗ ਕਰਦਾ। ਗੱਲਾਂ ਹੋਰ ਵੀ ਸੁਣਨੀਆਂ, ਪਰ ਅੱਜ ਦੀ ਕਿਸ਼ਤ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਅਗਲੀ ਕਿਸ਼ਤ ਦੇ ਵਿੱਚ ਉਹ ਬਕਾਇਆ ਗੱਲਾਂ ਚੱਲਦੀਆਂ। ਠੀਕ ਹੈ ਜੀ। ਲਗਾਤਾਰ ਤਾਂ ਆਪਾਂ ਬਰਕਰਾਰ ਰੱਖਾਂਗੇ ਤੇ ਕੱਲ ਨੂੰ ਇੱਥੇ ਫਿਰ ਤੋਂ ਇਹਨਾਂ ਕੱਪੜਿਆਂ ਦੇ ਵਿੱਚ ਹੀ ਗੱਲਬਾਤ ਨੂੰ ਅੱਗੇ ਤੋਰਿਆ ਜਾਊਗਾ। ਫਿਲਹਾਲ ਕਿਸ਼ਤ ਨੂੰ ਇੱਥੇ ਸਮੇਟਦੇ ਆ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ ਤੇ ਨਾ ਦਿਓ ਇਜਾਜ਼ਤ। ਲਗਾਤਾਰ ਤਾਂ ਬਰਕਰਾਰ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।